विश्वामित्र आदि ਵੱਡੇ ਵੱਡੇ ਰਿਸ਼ੀਆਂ ਨੇ बहुत ਵੱਡਾ ਪਰਚਾ ਪਾ ਦਿੱਤਾ। ਇਹੋ ਜੀ ਕਠਿਨ ਪ੍ਰੀਖਿਆ ਲੈਣੀ ਕੀਤੀ ਤੇ ਫਿਰ ਉਹਨਾਂ ਦੇ ਵਿੱਚੋਂ ਵਿਸ਼ਵਾਮਿੱਤਰ ਦੇ ਪ੍ਰੀਖਿਆ ਦੇ ਵਿੱਚੋਂ ਹਰੀ ਚੰਦ ਜਦੋਂ ਪਾਸ ਹੋ ਗਿਆ ਤੇ ਫਿਰ ਅੱਜ ਸਾਰਾ ਸੰਸਾਰ ਹਰੀ ਚੰਦ ਨੂੰ ਯਾਦ ਕਰਦਾ ਹੈ। ਬੱਚਾ ਬੱਚਾ ਜਾਣਦਾ ਦਾ ਨਾਮ ਕਿਉਂ? ਕਿਉਂਕਿ ਜਦੋਂ ਪ੍ਰੀਖਿਆ ਲਈ ਗਈ ਉਹ ਪ੍ਰੀਖਿਆ ਦੇ ਵਿੱਚ ਪਾਸ ਹੋਇਆ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਇਹ ਸਵਾਂਗ ਰਚ ਰਹੇ, ਆਪਣੀ ਪਰਖ ਕਰ ਰਹੇ। ਸਾਨੂੰ ਭਰੋਸਾ ਜਿਹੜਾ ਹੈ ਉਹ ਨਹੀਂ ਡੁਲਾਉਣਾ ਚਾਹੀਦਾ। ਬਸ ਪਿਆਰਿਓ, ਇਹ ਜਦੋਂ ਬਚਨ ਹੀ ਕਰ ਰਹੇ ਸਨ, ਉਹਨੇ ਕੋ ਚਿਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਨਗਰ ਦੇ ਵਿੱਚ ਆ ਗਏ। ਵਿਕਰਾਲ ਸਰੂਪ ਉਹਨਾਂ ਨੇ ਧਾਰਨ ਕੀਤਾ ਹੋਇਆ, ਸਿਰ ਦੇ ਉੱਤੇ ਕੁਲਹਾ ਧਾਰਨ ਕੀਤੀ, ਹੇਠ ਕੁਪੀਨ ਜਿਹੜਾ ਉਹਨਾਂ ਨੇ ਬੰਨਣਾ ਕੀਤਾ। ਉਸ ਤੋਂ ਇਲਾਵਾ ਤਨ ਦੇ ਉੱਤੇ ਕੋਈ ਕੱਪੜਾ ਨਹੀਂ ਹੈ। ਹੱਥ ਵਿੱਚ ਐਤਕੀ ਮਹਾਰਾਜ ਜੀ ਨੇ ਡੰਡਾ ਫੜਿਆ ਤੇ ਜਦੋਂ ਸਿੱਖਾਂ ਦੇ ਕੋਲ ਚੱਲ ਗਏ ਤੇ ਗੁਰੂ ਕੇ ਸਿੱਖ ਹੱਥ ਜੋੜ ਕਰਕੇ ਜਦੋਂ ਮੱਥਾ ਟੇਕਣ ਵਾਸਤੇ ਆਉਂਦੇ, ਸਤਿਗੁਰੂ ਮਹਾਰਾਜ ਵਗਾ ਵਗਾ ਕਰਕੇ ਕੁੱਤਕਾਂ ਮਾਰਦੇ ਹਨ, ਡੰਡੇ ਮਾਰਦੇ ਹਨ ਤੇ ਸਿੱਖਾਂ ਦੀਆਂ ਹਾਡੀਆਂ ਭੰਨ ਦਿੱਤੀਆਂ ਸਤਿਗੁਰੂ ਮਹਾਰਾਜ ਜੀ ਨੇ। ਕਈ ਜਿਹੜੇ ਗੁਰੂ ਕੇ ਸਿੱਖ, ਗੁਰੂ ਕੇ ਪਿਆਰੇ, ਉਹ ਲਹੂ ਲੁਹਾਨ ਹੋ ਗਏ। ਫਿਰ ਵੀ ਉਹਨਾਂ ਨੇ ਸਾਥ ਨਹੀਂ ਛੱਡਣਾ ਕੀਤਾ। ਫਿਰ ਲਾਗੇ ਜਾਂਦੇ ਮਹਾਰਾਜ ਜੀ ਨੇ ਫਿਰ ਮਾਰ ਮਾਰਨੀ ਕੀਤੀ ਹੈ। ਫਿਰ ਜਿਹੜੇ ਕੱਚੇ ਜਿਹੜੇ ਰਹਿ ਗਏ ਉਹਨਾਂ ਦੇ ਵਿੱਚੋਂ ਉਹ ਵੀ ਪਾਸੇ ਲਾਂਬੇ ਹੋ ਗਏ। ਕੁਝ ਕੋ ਸਿੱਖਾਂ ਨੇ ਕਹਿ ਦਿੱਤਾ, ਕੋਈ ਗੱਲ ਨਹੀਂ ਹੈ ਸਤਿਗੁਰੂ ਮਹਾਰਾਜ, ਇਹ ਤਨ ਤਾਂ ਅਸਾਂ ਨੇ ਆਪ ਜੀ ਦੇ ਨਾਂ ਵਿੱਚ ਕਰ ਦਿੱਤਾ। ਜਦੋਂ ਆਪ ਜੀ ਦੀ ਸ਼ਰਨ ਵਿੱਚ ਆਏ ਉਦੋਂ ਹੀ ਮਹਾਰਾਜ ਅਸਾਂ ਨੇ ਕਹਿ ਦਿੱਤਾ ਕਿ ਹਉ ਮਨ ਅਰਪੀ ਤਨ ਅਰਪੀ ਅਰਪੀ ਸਭ ਦੇਸਾਂ। ਮਹਾਰਾਜ ਅਸਾਂ ਨੇ ਆਪਣਾ ਤਨ ਮਨ ਧਨ ਸਭ ਅਰਪਣ ਕਰ ਦਿੱਤਾ। ਇਹ ਸਾਡਾ ਸਰੀਰ ਨਹੀਂ ਹੈ, ਇਹ ਆਪ ਦੀ ਅਮਾਨਤ ਹੈ। ਜੇ ਰੱਖਣਾ ਰੱਖ ਲੈਣਾ ਕਰੋ, ਜੇ ਮਾਰਨਾ ਸਤਿਗੁਰੂ ਮਹਾਰਾਜ ਮਾਰ ਮਾਰ ਕਰਕੇ ਡੰਡਿਆਂ ਦੇ ਨਾਲ ਸਾਨੂੰ ਮਾਰ ਦਿਓ, ਖਤਮ ਕਰ ਦਿਓ, ਲੇਕਿਨ ਅਸੀਂ ਮਰਨਾ ਪਸੰਦ ਕਰਾਂਗੇ, ਆਪ ਜੀ ਦਾ ਸਾਥ ਨਹੀਂ ਛੱਡਣਾ। ਉਹਨਾਂ ਸਿੱਖਾਂ ਨੇ ਜਦੋਂ ਮਹਾਰਾਜ ਜੀ ਦੇ ਚਰਨ ਫੜ ਲਏ, ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਪਰਚਾ ਜਿਹੜਾ ਔਰ ਜ਼ਿਆਦਾ ਸਖਤ ਕਰ ਦਿੱਤਾ। ਸਤਿਗੁਰੂ ਮਹਾਰਾਜ ਹੁਣ ਫਿਰ ਜੰਗਲਾਂ ਦੇ ਵੱਲ ਜਾ ਰਹੇ ਹਨ ਤੇ ਬਚਨ ਕਰਨਾ ਕੀਤਾ ਕਿ ਜੇ ਤੁਸੀਂ ਸਾਡੇ ਸਿੱਖ ਅਖਵਾਉਂਦੇ, ਚਲੋ ਸਾਡੇ ਨਾਲ, ਸਾਡੇ ਮਗਰ ਮਗਰ। ਸਤਿਗੁਰੂ ਮਹਾਰਾਜ ਸਿੱਖਾਂ ਨੂੰ ਆਪਣੇ ਮਗਰ ਲੈ ਕੇ ਜਾ ਰਹੇ ਹਨ ਤੇ ਉੱਥੇ ਉਜਾੜ ਦੇ ਵਿੱਚ ਇੱਕ ਲਾਸ਼ ਪਈ, ਇੱਕ ਮੁਰਦਾ ਪਿਆ ਹੋਇਆ ਸੀ ਤੇ ਉੱਥੇ ਲਾਗੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕੀ ਬਚਨ ਉਚਾਰਨ ਕੀਤਾ ਹੈ, ਸਿੱਖਾਂ ਦੀ ਕਿਸ ਤਰ੍ਹਾਂ ਪਰਖ ਕਰਨੀ ਕੀਤੀ ਹੈ। ਇਹ ਪਰਖ ਦੇ ਵਿੱਚੋਂ, ਪਰਚੇ ਦੇ ਵਿੱਚੋਂ ਕੌਣ ਪਾਸ ਹੁੰਦਾ, ਕੌਣ ਕਾਮਯਾਬ ਹੁੰਦਾ, ਉਹ ਪ੍ਰਸੰਗ ਆਪਾਂ ਅਗਲਾ ਆਉਣ ਵਾਲਾ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦਿਆਂ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਹਾਜ਼ਰੀ ਲਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੇ ਤੁਮ ਹਮਰੇ ਸਿੱਖ ਕਹਾਵੋ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਾਂ ਦੇ ਸੰਯੁਕਤ ਅੱਗੇ ਅੱਗੇ ਮਹਾਰਾਜ ਜੀ ਜਾ ਰਹੇ ਹਨ। ਪਿੱਛੇ ਪਿੱਛੇ ਸਤਿਗੁਰੂ ਮਹਾਰਾਜ ਜੀ ਦੇ ਜੋ ਨੇਮੀ ਪ੍ਰੇਮੀ ਸਿੱਖ, ਮਰਜੀਵੜੇ ਸਿੱਖ ਜਦੋਂ ਸਤਿਗੁਰੂ ਮਹਾਰਾਜ, ਕਿਉਂਕਿ ਸਿੱਖਾਂ ਨੇ ਕਿਹਾ ਸੀ ਨਾ, ਜਦੋਂ ਸਤਿਗੁਰੂ ਮਹਾਰਾਜ ਨਗਰ ਦੇ ਵਿੱਚ ਇਹਨਾਂ ਦੀ ਪ੍ਰੀਖਿਆ ਲੈ ਰਹੇ ਸਨ, ਡੰਡੇ ਮਾਰ ਰਹੇ ਸਨ, ਤੇ ਸਿੱਖਾਂ ਨੇ ਪਿਆਰਿਓ ਜਿਨ੍ਹਾਂ ਨੇ ਮਾਰ ਝੱਲਣੀ ਕੀਤੀ, ਜਿਨ੍ਹਾਂ ਨੇ ਕਿਹਾ ਸਤਿਗੁਰੂ ਮਹਾਰਾਜ ਅਸੀਂ ਆਪ ਜੀ ਦੇ ਸਿੱਖ ਹਾਂ, ਆਪ ਜੀ ਦਾ ਸਾਥ ਨਹੀਂ ਛੱਡਣਾ, ਭਾਵੇਂ ਮਾਰਦੇ ਕਿਉਂ, ਭਾਵੇਂ ਸਾਨੂੰ ਮਾਰ ਦੇਣਾ ਕਰੋ, ਅਸੀਂ ਮਰਨ ਮਾਣ ਸਕਦੇ ਹਾਂ, ਲੇਕਿਨ ਆਪ ਜੀ ਦਾ ਸਾਥ ਨਹੀਂ ਛੱਡਣਾ, ਕਿਉਂਕਿ ਅਸੀਂ ਆਪ ਜੀ ਦੇ ਸਿੱਖ ਹਾਂ, ਸਿੱਖ।
ਜਦੋਂ ਇਹ ਬਚਨ ਕੀਤਾ, ਹੁਣ ਮਹਾਰਾਜ ਉਹ ਬਚਨ ਨੂੰ ਯਾਦ ਕਰਕੇ ਉਚਾਰਨ ਕਰਦੇ ਕਿ ਭਾਈ ਜੇ ਤੁਸੀਂ ਆਪਣੇ ਆਪ ਸਾਡਾ ਸਿੱਖ ਅਖਵਾਉਂਦੇ, ਸਾਨੂੰ ਆਪਣਾ ਗੁਰੂ ਮੰਨਦੇ ਤਾਂ ਮਾਨੋ ਬਚਨ ਨਾ ਸਦਨ ਸਿਧਾਵਹੁ। ਮਾਨੋ ਭਾਵ ਕੇ ਸਾਡਾ ਬਚਨ ਨਾ ਕਰੋ, ਹੁਣ ਵਾਪਸ ਆਪਣੇ ਘਰ ਨੂੰ ਨਹੀਂ ਜਾਣਾ ਹੈ। ਪਰਿਉ ਸਿੜੀ ਪਰ ਸ਼ਵ ਇਹ ਖਾਵਾ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਆ ਸਿੜੀ ਦੇ ਉੱਤੇ ਆ ਸ਼ਵ, ਇਹ ਮੁਰਦਾ ਪਿਆ ਹੋਇਆ ਨਾ, ਇਹਨੂੰ ਤੁਸੀਂ ਛਕਣਾ ਕਰੋ। ਜੇ ਨਹਿ ਖਾਵਹੁ ਤਉ ਪਛੁਤਾਵਾ। ਸਤਿਗੁਰੂ ਜੀ ਕਹਿਣ ਲੱਗੇ ਜੇ ਭਾਈ ਇਹਨੂੰ ਛਕਿਆ ਤਾਂ ਨਿਹਾਲ ਹੋ ਜਾਓਗੇ, ਜੇ ਨਹੀਂ ਛਕਿਆ ਤਾਂ ਫਿਰ ਬਾਅਦ ਵਿੱਚ ਤੁਹਾਨੂੰ ਪਛਤਾਪ ਕਰਨਾ ਪਵੇਗਾ। ਸੁਨ ਬਿਸਮਾਦ ਪਏ ਮਨ ਮਾਹੀ। ਸੁਣ ਕਰਕੇ ਸਾਰੇ ਗੁਰੂ ਕੇ ਸਿੱਖ ਪਿਆਰਿਓ ਉਹ ਵਿਸਮਿਤ ਹੋ ਗਏ। ਅਚਰਜਤਾ ਮਨ ਦੇ ਵਿੱਚ ਆ ਗਈ ਹੈ ਕਿ ਸਤਿਗੁਰੂ ਮਹਾਰਾਜ ਇਹ ਕੀ ਬਚਨ ਉਚਾਰਨ ਕਰ ਰਹੇ। ਧੀਰਜ ਰਹਿਓ ਹਿਰਦੇ ਕਿਸ ਨਾਹੀ। ਹੁਣ ਪਿਆਰਿਓ ਹੁਣ ਤੱਕ ਤਾਂ ਕਈਆਂ ਦੇ ਹਿਰਦੇ ਵਿੱਚ ਧੀਰਜ ਰਹਿ ਗਿਆ, ਉਹਨਾਂ ਨੇ ਧੀਰਜ ਨੂੰ ਬੰਨ ਕੇ ਰੱਖਣਾ ਕੀਤਾ। ਹੁਣ ਇਹ ਸਤਿਗੁਰੂ ਮਹਾਰਾਜ ਜੀ ਨੇ ਕੌਤਕ ਕੀਤਾ ਨਾ, ਸੜਿਆ ਹੋਇਆ ਮੁਰਦਾ ਛਕਣ ਦੀ ਗੱਲ ਕੀਤੀ ਤਾਂ ਪਿਆਰਿਓ ਉਹਨਾਂ ਦਾ ਧੀਰਜ ਟੁੱਟ ਗਿਆ ਹੈ। ਕੀਤਿਕ ਸੰਗ ਤਜ ਪੂਰੀ ਸਿਧਾਰੇ। ਕਈ ਜਿਹੜੇ ਹਨ ਉਹਨਾਂ ਨੇ ਵਿਚਾਰ ਕੀਤੀ ਹੈ ਕਿ ਇਹ ਸੜਿਆ ਮੁਰਦਾ ਭਾਵ ਕਿ ਬੰਦੇ ਦਾ ਮਾਸ ਅਸੀਂ ਕਿਸ ਤਰ੍ਹਾਂ ਛਕ ਸਕਦੇ ਹਾਂ। ਚਲੋ ਠੀਕ ਹੈ, ਕੋਈ ਦੂਜੀ ਗੱਲ ਹੋਵੇ, ਕੋਈ ਦੂਜੀ ਵਸਤੂ ਪਦਾਰਥ ਹੋਵੇ, ਜਾਂ ਇੱਕ ਅਨੁਮਾਨ ਦੇ ਨਾਲ ਕੋਈ ਦੂਜੇ ਦਾ ਵੀ ਹੋਵੇ ਮਾਸ, ਤਾਂ ਕਈ ਵਾਰੀ ਉਹ ਆਪਾਂ ਇਹ ਕਰ ਸਕਦੇ ਹਾਂ। ਲੇਕਿਨ ਇੱਕ ਬੰਦੇ ਦਾ ਮਾਸ, ਮੁਰਦੇ ਦਾ ਬੰਦਾ ਰਹਿ ਕਰਕੇ ਬੰਦੇ ਦਾ ਮਾਸ ਛਕਣਾ, ਮੁਰਦਾ ਖਾਣਾ ਸੜਿਆ ਹੋਇਆ, ਇਹ ਤਾਂ ਬਹੁਤ ਅਸਚਰਜਤਾ ਵਾਲੀ ਗੱਲ ਹੈ। ਉਹਨਾਂ ਨੇ ਪਿਆਰਿਓ ਇੱਥੋਂ ਤੱਕ ਦਾ ਧੀਰਜ ਰਿਹਾ। ਹੁਣ ਇਹ ਜਦੋਂ ਮਹਾਰਾਜ ਜੀ ਨੇ ਸਵਾਂਗ ਵਰਤਿਆ ਤੇ ਉਹਨਾਂ ਦਾ ਧੀਰਜ ਟੁੱਟ ਗਿਆ। ਕੀਤਿਕ ਸੰਗ ਤਜ ਪੂਰੀ ਸਿਧਾਰੇ। ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਸਾਥ ਛੱਡ ਕਰਕੇ ਨਗਰਾਂ ਨੂੰ ਚੱਲ ਗਏ। ਕੀਤਿਕ ਦੁਰੇ ਭਜ ਝਾਰ ਮਝਾਰੇ। ਕਈ ਪਿਆਰਿਓ ਫਿਰ ਇਹਨਾਂ ਦੇ ਵਿੱਚੋਂ ਲੁਕ ਕਰਕੇ ਛੁਪ ਕਰਕੇ ਕੋਈ ਝਾੜੀਆਂ ਦੇ ਵਿੱਚ ਚੱਲ ਗਿਆ, ਕੋਈ ਝਰੀਟਾਂ ਦੇ ਵਿੱਚ, ਭਾਵ ਕਿ ਝੁਰਮੁੱਠ ਜਿੱਥੇ ਸਨ ਦਰਖਤ ਬਹੁਤ ਸਗਣੇ, ਉੱਥੇ ਜਾ ਕਰਕੇ ਲੁਕ ਗਏ, ਛੁਪ ਗਏ। ਉਹਨਾਂ ਸਿੱਖਾਂ ਨੂੰ ਲੱਗ ਰਿਹਾ ਕਿ ਭਾਈ ਆਪਾਂ ਨੇ ਤਾਂ ਛਕਣਾ ਨਹੀਂ ਹੈ, ਲੇਕਿਨ ਜੇ ਸਤਿਗੁਰੂ ਮਹਾਰਾਜ ਹੁਣ ਤਾਂ ਸੰਗਤੀ ਤੌਰ ਤੇ ਮਹਾਰਾਜ ਕਹਿ ਰਹੇ, ਜੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਭਾਈ ਫਲਾਣੇ ਸਿੱਖ ਨੂੰ ਨਾਮ ਲੈ ਕਰਕੇ ਕਿ ਸਿੱਖਾ ਫਲਾਣਿਆਂ ਸਿੱਖਿਆ ਆ, ਤੂੰ ਆ ਕਰਕੇ ਆ ਛਕਣਾ ਕਰ, ਫਿਰ ਬਹੁਤ ਮੁਸ਼ਕਿਲ ਹੋ ਜਾਵੇਗੀ, ਆਪਾਂ ਨਹੀਂ ਛਕ ਸਕਦੇ ਆ। ਇਸ ਕਰਕੇ ਕਈ ਸਿੱਖ ਪਿਆਰਿਓ ਦੌੜ ਕੇ ਨਗਰ ਨੂੰ ਚੱਲ ਗਏ, ਕਰਤਾਰਪੁਰ ਵੱਲ ਆ ਗਏ। ਕਈ ਭੱਜ ਕਰਕੇ ਫਿਰ ਝਾੜੀਆਂ ਦੇ ਵਿੱਚ ਲੁਕ ਗਏ ਹਨ। ਕੀਤਿਕ ਧਾਰ ਹਠ ਰਹੇ ਸਮੀਪ। ਫਿਰ ਵੀ ਕਈ ਜਿਹੜੇ ਹਨ ਹੱਠ ਨੂੰ ਧਾਰਨ ਕਰਕੇ ਕਿ ਜੋ ਮਰਜ਼ੀ ਹੋ ਜਾਏ ਭਾਈ ਮਹਾਰਾਜ ਜੀ ਦਾ ਸਾਥ ਨਹੀਂ ਛੱਡਣਾ। ਉਹਨਾਂ ਨੇ ਹੱਠ ਨੂੰ ਧਾਰਨ ਕਰਕੇ ਜਦੋਂ ਰਹਿਣਾ ਕੀਤਾ। ਤਿੰਨ ਪਿਖ ਕਹਿ ਬੇਦੀ ਕੁਲਦੀਪ। ਉਹਨਾਂ ਨੂੰ ਵੇਖ ਕਰਕੇ ਬੇਦੀ ਕੁਲਦੀਪ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਤਾਈ ਪਿਆਰਿਓ ਭਗਵਾਨ ਵਿਸ਼ਵਾਮਿਤਰ ਆਦਿਕ ਵੱਡੇ ਵੱਡੇ ਰਿਸ਼ੀਆਂ ਨੇ ਬਹੁਤ ਵੱਡਾ ਪਰਚਾ ਪਾ ਦਿੱਤਾ। ਇਹੋ ਜੀ ਕਠਿਨ ਪ੍ਰੀਖਿਆ ਲੈਣੀ ਕੀਤੀ ਤੇ ਫਿਰ ਉਹਨਾਂ ਦੇ ਵਿੱਚੋਂ ਵਿਸ਼ਵਾਮਿਤਰ ਦੇ ਪ੍ਰੀਖਿਆ ਦੇ ਵਿੱਚੋਂ ਹਰੀ ਚੰਦ ਜਦੋਂ ਪਾਸ ਹੋ ਗਿਆ ਤੇ ਫਿਰ ਅੱਜ ਸਾਰਾ ਸੰਸਾਰ ਹਰੀ ਚੰਦ ਨੂੰ ਯਾਦ ਕਰਦਾ ਹੈ। ਬੱਚਾ ਬੱਚਾ ਜਾਣਦਾ ਦਾ ਨਾਮ ਕਿਉਂਕਿ ਜਦੋਂ ਪ੍ਰੀਖਿਆ ਲਈ ਗਈ ਉਹ ਪ੍ਰੀਖਿਆ ਦੇ ਵਿੱਚ ਪਾਸ ਹੋਇਆ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਇਹ ਸਵਾਂਗ ਰਚ ਰਹੇ, ਆਪਣੀ ਪਰਖ ਕਰ ਰਹੇ। ਸਾਨੂੰ ਭਰੋਸਾ ਜਿਹੜਾ ਹੈ ਉਹ ਨਹੀਂ ਡੁਲਾਉਣਾ ਚਾਹੀਦਾ। ਬਸ ਪਿਆਰਿਓ ਇਹ ਜਦੋਂ ਬਚਨ ਹੀ ਕਰ ਰਹੇ ਸਨ, ਉਹਨੇ ਕੋ ਚਿਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਨਗਰ ਦੇ ਵਿੱਚ ਆ ਗਏ। ਵਿਕਰਾਲ ਸਰੂਪ ਉਹਨਾਂ ਨੇ ਧਾਰਨ ਕੀਤਾ ਹੋਇਆ, ਸਿਰ ਦੇ ਉੱਤੇ ਕੁਲਹਾ ਧਾਰਨ ਕੀਤੀ, ਹੇਠ ਕੁਪੀਨ ਜਿਹੜਾ ਉਹਨਾਂ ਨੇ ਬੰਨਣਾ ਕੀਤਾ। ਉਸ ਤੋਂ ਇਲਾਵਾ ਤਨ ਦੇ ਉੱਤੇ ਕੋਈ ਕੱਪੜਾ ਨਹੀਂ ਹੈ। ਹੱਥ ਵਿੱਚ ਐਤਕੀ ਮਹਾਰਾਜ ਜੀ ਨੇ ਡੰਡਾ ਫੜਿਆ ਤੇ ਜਦੋਂ ਸਿੱਖਾਂ ਦੇ ਕੋਲ ਚੱਲ ਗਏ ਤੇ ਗੁਰੂ ਕੇ ਸਿੱਖ ਹੱਥ ਜੋੜ ਕਰਕੇ ਜਦੋਂ ਮੱਥਾ ਟੇਕਣ ਵਾਸਤੇ ਆਉਂਦੇ, ਸਤਿਗੁਰੂ ਮਹਾਰਾਜ ਵਗਾ ਵਗਾ ਕਰਕੇ ਕੁੱਤਕਾਂ ਮਾਰਦੇ ਹਨ, ਡੰਡੇ ਮਾਰਦੇ ਹਨ।
ਤੇ ਸਿੱਖਾਂ ਦੀਆਂ ਹਾਡੀਆਂ ਭੰਨ ਦਿੱਤੀਆਂ ਸਤਿਗੁਰੂ ਮਹਾਰਾਜ ਜੀ ਨੇ। ਕਈ ਜਿਹੜੇ ਗੁਰੂ ਕੇ ਸਿੱਖ, ਗੁਰੂ ਕੇ ਪਿਆਰੇ, ਉਹ ਲਹੂ ਲੁਹਾਨ ਹੋ ਗਏ, ਫਿਰ ਵੀ ਉਹਨਾਂ ਨੇ ਸਾਥ ਨਹੀਂ ਛੱਡਣਾ ਕੀਤਾ। ਫਿਰ ਲਾਗੇ ਜਾਂਦੇ ਮਹਾਰਾਜ ਜੀ ਨੇ ਫਿਰ ਮਾਰਨੀ ਕੀਤੀ ਹੈ। ਫਿਰ ਜਿਹੜੇ ਕੱਚੇ ਜਿਹੜੇ ਰਹਿ ਗਏ ਉਹਨਾਂ ਦੇ ਵਿੱਚੋਂ ਉਹ ਵੀ ਪਾਸੇ ਲਾਂਬੇ ਹੋ ਗਏ। ਕੁਛ ਕੋ ਸਿੱਖਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਹੈ ਸਤਿਗੁਰੂ ਮਹਾਰਾਜ, ਇਹ ਤਨ ਤਾਂ ਅਸਾਂ ਨੇ ਆਪ ਜੀ ਦੇ ਨਾਂ ਵਿੱਚ ਕਰ ਦਿੱਤਾ। ਜਦੋਂ ਆਪ ਜੀ ਦੀ ਸ਼ਰਨ ਆਏ ਉਦੋਂ ਹੀ ਮਹਾਰਾਜ ਅਸਾਂ ਨੇ ਕਹਿ ਦਿੱਤਾ ਕਿ ਹਉ ਮਨ ਅਰਪੀ ਤਨ ਅਰਪੀ ਸਭ ਦੇਸਾਂ। ਮਹਾਰਾਜ ਅਸਾਂ ਨੇ ਆਪਣਾ ਤਨ ਮਨ ਧਨ ਸਭ ਅਰਪਣ ਕਰ ਦਿੱਤਾ। ਇਹ ਸਾਡਾ ਸਰੀਰ ਨਹੀਂ ਹੈ, ਇਹ ਆਪ ਦੀ ਅਮਾਨਤ ਹੈ। ਜੇ ਰੱਖਣਾ ਰੱਖ ਲੈਣਾ ਕਰੋ, ਜੇ ਮਾਰਨਾ ਸਤਿਗੁਰੂ ਮਹਾਰਾਜ ਮਾਰ ਕਰਕੇ ਡੰਡਿਆਂ ਦੇ ਨਾਲ ਸਾਨੂੰ ਮਾਰ ਦਿਓ, ਖਤਮ ਕਰ ਦਿਓ, ਲੇਕਿਨ ਅਸੀਂ ਮਰਨਾ ਪਸੰਦ ਕਰਾਂਗੇ, ਆਪ ਜੀ ਦਾ ਸਾਥ ਨਹੀਂ ਛੱਡਣਾ। ਉਹਨਾਂ ਸਿੱਖਾਂ ਨੇ ਜਦੋਂ ਮਹਾਰਾਜ ਜੀ ਦੇ ਚਰਨ ਫੜ ਲਏ, ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਪਰਚਾ ਜਿਹੜਾ ਔਰ ਜ਼ਿਆਦਾ ਸਖਤ ਕਰ ਦਿੱਤਾ। ਸਤਿਗੁਰੂ ਮਹਾਰਾਜ ਹੁਣ ਫਿਰ ਜੰਗਲਾਂ ਦੇ ਵੱਲ ਜਾ ਰਹੇ ਹਨ ਤੇ ਬਚਨ ਕਰਨਾ ਕੀਤਾ ਕਿ ਜੇ ਤੁਸੀਂ ਸਾਡੇ ਸਿੱਖ ਅਖਵਾਉਂਦੇ ਚਲੋ ਸਾਡੇ ਨਾਲ, ਸਾਡੇ ਮਗਰ। ਸਤਿਗੁਰੂ ਮਹਾਰਾਜ ਸਿੱਖਾਂ ਨੂੰ ਆਪਣੇ ਮਗਰ ਲੈ ਕੇ ਜਾ ਰਹੇ ਹਨ ਤੇ ਉੱਥੇ ਉਜਾੜ ਦੇ ਵਿੱਚ ਇੱਕ ਲਾਸ਼ ਪਈ, ਇੱਕ ਮੁਰਦਾ ਪਿਆ ਹੋਇਆ ਸੀ। ਤੇ ਉੱਥੇ ਲਾਗੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕੀ ਬਚਨ ਉਚਾਰਨ ਕੀਤਾ ਹੈ, ਸਿੱਖਾਂ ਦੀ ਕਿਸ ਤਰ੍ਹਾਂ ਪਰਖ ਕਰਨੀ ਕੀਤੀ ਹੈ। ਇਹ ਪਰਖ ਦੇ ਵਿੱਚੋਂ, ਪਰਚੇ ਦੇ ਵਿੱਚੋਂ ਕੌਣ ਪਾਸ ਹੁੰਦਾ, ਕੌਣ ਕਾਮਯਾਬ ਹੁੰਦਾ, ਉਹ ਪ੍ਰਸੰਗ ਆਪਾਂ ਅਗਲਾ ਆਉਣ ਵਾਲਾ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦਿਆਂ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਹਾਜ਼ਰੀ ਲਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੇ ਤੁਮ ਹਮਰੇ ਸਿੱਖ ਕਹਾਵੋ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਾਂ ਦੇ ਸੰਯੁਕਤ ਅੱਗੇ ਮਹਾਰਾਜ ਜੀ ਜਾ ਰਹੇ ਹਨ। ਪਿੱਛੇ ਸਤਿਗੁਰੂ ਮਹਾਰਾਜ ਜੀ ਦੇ ਜੋ ਨੇਮੀ ਪ੍ਰੇਮੀ ਸਿੱਖ, ਮਰਜੀਵੜੇ ਸਿੱਖ ਜਦੋਂ ਸਤਿਗੁਰੂ ਮਹਾਰਾਜ, ਕਿਉਂਕਿ ਸਿੱਖਾਂ ਨੇ ਕਿਹਾ ਸੀ ਨਾ, ਜਦੋਂ ਸਤਿਗੁਰੂ ਮਹਾਰਾਜ ਨਗਰ ਦੇ ਵਿੱਚ ਇਹਨਾਂ ਦੀ ਪ੍ਰੀਖਿਆ ਲੈ ਰਹੇ ਸਨ, ਡੰਡੇ ਮਾਰ ਰਹੇ ਸਨ, ਤੇ ਸਿੱਖਾਂ ਨੇ ਪਿਆਰਿਓ ਜਿਨ੍ਹਾਂ ਨੇ ਮਾਰ ਝੱਲਣੀ ਕੀਤੀ, ਜਿਨ੍ਹਾਂ ਨੇ ਕਿਹਾ ਸਤਿਗੁਰੂ ਮਹਾਰਾਜ ਅਸੀਂ ਆਪ ਜੀ ਦੇ ਸਿੱਖ ਹਾਂ, ਆਪ ਜੀ ਦਾ ਸਾਥ ਨਹੀਂ ਛੱਡਣਾ, ਭਾਵੇਂ ਮਾਰਦੇ ਕਿਉਂ, ਭਾਵੇਂ ਸਾਨੂੰ ਮਾਰ ਦੇਣਾ ਕਰੋ, ਅਸੀਂ ਮਰਨ ਮਾਣ ਸਕਦੇ ਹਾਂ, ਲੇਕਿਨ ਆਪ ਜੀ ਦਾ ਸਾਥ ਨਹੀਂ ਛੱਡਣਾ, ਕਿਉਂਕਿ ਅਸੀਂ ਆਪ ਜੀ ਦੇ ਸਿੱਖ ਹਾਂ, ਸਿੱਖ। ਜਦੋਂ ਇਹ ਬਚਨ ਕੀਤਾ, ਹੁਣ ਮਹਾਰਾਜ ਉਹ ਬਚਨ ਨੂੰ ਯਾਦ ਕਰਕੇ ਉਚਾਰਨ ਕਰਦੇ ਕਿ ਭਾਈ ਜੇ ਤੁਸੀਂ ਆਪਣੇ ਆਪ ਸਾਡਾ ਸਿੱਖ ਅਖਵਾਉਂਦੇ, ਸਾਨੂੰ ਆਪਣਾ ਗੁਰੂ ਮੰਨਦੇ, ਤਾਂ ਮਾਨੋ ਬਚਨ ਨਾ ਸਦਨ ਸਿਧਾਵ। ਮਾਨੋ ਭਾਵ ਕੇ ਸਾਡਾ ਬਚਨ ਨਾ ਕਰੋ, ਹੁਣ ਵਾਪਸ ਆਪਣੇ ਘਰ ਨੂੰ ਨਹੀਂ ਜਾਣਾ ਹੈ। ਪਰਿਉ ਸਿੜੀ ਪਰ ਸ਼ਬ ਇਹ ਖਾਵਾ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਆ ਸਿੜੀ ਦੇ ਉੱਤੇ ਆ ਸ਼ਵ, ਇਹ ਮੁਰਦਾ ਪਿਆ ਹੋਇਆ ਨਾ, ਇਹਨੂੰ ਤੁਸੀਂ ਛਕਣਾ ਕਰੋ। ਜੇ ਨਹਿ ਖਾਵੋ ਤੋ ਪਛਤਾਵਾ। ਸਤਿਗੁਰੂ ਜੀ ਕਹਿਣ ਲੱਗੇ ਜੇ ਭਾਈ ਇਹਨੂੰ ਛਕਿਆ ਤਾਂ ਨਿਹਾਲ ਹੋ ਜਾਓਗੇ, ਜੇ ਨਹੀਂ ਛਕਿਆ ਤਾਂ ਫਿਰ ਬਾਅਦ ਵਿੱਚ ਤੁਹਾਨੂੰ ਪਛਤਾਪ ਕਰਨਾ ਪਵੇਗਾ। ਸੁਨ ਬਿਸਮਾਦ ਪਏ ਮਨ ਮਾਹੀ। ਸੁਣ ਕਰਕੇ ਸਾਰੇ ਗੁਰੂ ਕੇ ਸਿੱਖ ਪਿਆਰਿਓ ਉਹ ਵਿਸਮਿਤ ਹੋ ਗਏ, ਅਚਰਜਤਾ ਮਨ ਦੇ ਵਿੱਚ ਆ ਗਈ ਹੈ ਕਿ ਸਤਿਗੁਰੂ ਮਹਾਰਾਜ ਇਹ ਕੀ ਬਚਨ ਉਚਾਰਨ ਕਰ ਰਹੇ। ਧੀਰਜ ਰਹਿਓ ਹਿਰਦੇ ਕਿਸ ਨਾਹੀ। ਹੁਣ ਪਿਆਰਿਓ ਹੁਣ ਤੱਕ ਤਾਂ ਕਈਆਂ ਦੇ ਹਿਰਦੇ ਵਿੱਚ ਧੀਰਜ ਰਹਿ ਗਿਆ, ਉਹਨਾਂ ਨੇ ਧੀਰਜ ਨੂੰ
ਬਨ ਕੇ ਰੱਖਣਾ ਕੀਤਾ। ਹੁਣ ਇਹ ਸਤਿਗੁਰੂ ਮਹਾਰਾਜ ਜੀ ਨੇ ਕੌਤਕ ਕੀਤਾ ਨਾ ਸੜਿਆ ਹੋਇਆ ਮੁਰਦਾ ਛਕਣ ਦੀ ਗੱਲ ਕੀਤੀ ਤਾਂ ਪਿਆਰਿਓ ਉਹਨਾਂ ਦਾ ਧੀਰਜ ਟੁੱਟ ਗਿਆ ਹੈ। ਕੀਤਿਕ ਸੰਗ ਤਜ ਪੂਰੀ ਸਿਧਾਰੇ। ਕਈ ਜਿਹੜੇ ਹਨ ਉਹਨਾਂ ਨੇ ਵਿਚਾਰ ਕੀਤੀ ਹੈ ਕਿ ਇਹ ਸੜਿਆ ਮੁਰਦਾ ਭਾਵ ਕਿ ਬੰਦੇ ਦਾ ਮਾਸ ਅਸੀਂ ਕਿਸ ਤਰ੍ਹਾਂ ਛਕ ਸਕਦੇ ਆ। ਚਲੋ ਠੀਕ ਹੈ, ਕੋਈ ਦੂਜੀ ਗੱਲ ਹੋਵੇ, ਕੋਈ ਦੂਜੀ ਵਸਤੂ ਪਦਾਰਥ ਹੋਵੇ ਜਾਂ ਇੱਕ ਅਨੁਮਾਨ ਦੇ ਨਾਲ ਕੋਈ ਦੂਜੇ ਦਾ ਵੀ ਹੋਵੇ ਮਾਸ ਦਾ, ਕਈ ਵਾਰੀ ਉਹ ਆਪਾਂ ਇਹ ਕਰ ਸਕਦੇ ਹਾਂ। ਲੇਕਿਨ ਇੱਕ ਬੰਦੇ ਦਾ ਮਾਸ, ਮੁਰਦੇ ਦਾ ਬੰਦਾ ਰਹਿ ਕਰਕੇ ਬੰਦੇ ਦਾ ਮਾਸ ਛਕਣਾ, ਮੁਰਦਾ ਖਾਣਾ ਸੜਿਆ ਹੋਇਆ, ਇਹ ਤਾਂ ਬਹੁਤ ਅਸਚਰਜਤਾ ਵਾਲੀ ਗੱਲ ਹੈ। ਉਹਨਾਂ ਨੇ ਪਿਆਰਿਓ ਇੱਥੋਂ ਤੱਕ ਦਾ ਧੀਰਜ ਰਿਹਾ। ਹੁਣ ਇਹ ਜਦੋਂ ਮਹਾਰਾਜ ਜੀ ਨੇ ਸਵਾਂਗ ਵਰਤਿਆ ਤੇ ਉਹਨਾਂ ਦਾ ਧੀਰਜ ਟੁੱਟ ਗਿਆ। ਕੀਤਿਕ ਸੰਗ ਤਜ ਪੂਰੀ ਸਿਧਾਰੇ। ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਸਾਥ ਛੱਡ ਕਰਕੇ ਨਗਰਾਂ ਨੂੰ ਚੱਲ ਗਏ। ਕੀਤਿਕ ਦੁਰੇ ਭਜ ਝਾਰ ਮਝਾਰੇ। ਕਈ ਪਿਆਰਿਓ ਫਿਰ ਇਹਨਾਂ ਦੇ ਵਿੱਚੋਂ ਲੁਕ ਕਰਕੇ ਛੁਪ ਕਰਕੇ ਕੋਈ ਝਾੜੀਆਂ ਦੇ ਵਿੱਚ ਚੱਲ ਗਿਆ, ਕੋਈ ਝਰੀਟਾਂ ਦੇ ਵਿੱਚ, ਭਾਵ ਕਿ ਝੁਰਮੁੱਠ ਜਿੱਥੇ ਸਨ ਦਰਖਤ ਬਹੁਤ ਸਗਣੇ, ਉੱਥੇ ਜਾ ਕਰਕੇ ਲੁਕ ਗਏ, ਛੁਪ ਗਏ। ਉਹਨਾਂ ਸਿੱਖਾਂ ਨੂੰ ਲੱਗ ਰਿਹਾ ਕਿ ਭਾਈ ਆਪਾਂ ਨੇ ਤਾਂ ਛਕਣਾ ਨਹੀਂ ਹੈ। ਲੇਕਿਨ ਜੇ ਸਤਿਗੁਰੂ ਮਹਾਰਾਜ ਹੁਣ ਤਾਂ ਸੰਗਤੀ ਤੌਰ ਤੇ ਮਹਾਰਾਜ ਕਹਿ ਰਹੇ, ਜੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਭਾਈ ਫਲਾਣੇ ਸਿੱਖ ਨੂੰ ਨਾਮ ਲੈ ਕਰਕੇ ਕਿ ਸਿੱਖਾ ਫਲਾਣਿਆਂ ਸਿੱਖਿਆ ਆ, ਤੂੰ ਆ ਕਰਕੇ ਆ ਛਕਣਾ ਕਰ, ਫਿਰ ਬਹੁਤ ਮੁਸ਼ਕਿਲ ਹੋ ਜਾਵੇਗੀ, ਆਪਾਂ ਨਹੀਂ ਛਕ ਸਕਦੇ ਆ। ਇਸ ਕਰਕੇ ਕਈ ਸਿੱਖ ਪਿਆਰਿਓ ਦੌੜ ਕੇ ਨਗਰ ਨੂੰ ਚੱਲ ਗਏ, ਕਰਤਾਰਪੁਰ ਵੱਲ ਆ ਗਏ। ਕਈ ਭੱਜ ਕਰਕੇ ਫਿਰ ਝਾੜੀਆਂ ਦੇ ਵਿੱਚ ਲੁਕ ਗਏ ਹਨ। ਕੀਤਿਕ ਧਾਰ ਹਠ ਰਹੇ ਸਮੀਪ। ਫਿਰ ਵੀ ਕਈ ਜਿਹੜੇ ਹਨ ਹੱਠ ਨੂੰ ਧਾਰਨ ਕਰਕੇ ਕਿ ਜੋ ਮਰਜ਼ੀ ਹੋ ਜਾਏ ਭਾਈ ਮਹਾਰਾਜ ਜੀ ਦਾ ਸਾਥ ਨਹੀਂ ਛੱਡਣਾ। ਉਹਨਾਂ ਨੇ ਹੱਠ ਨੂੰ ਧਾਰਨ ਕਰਕੇ ਜਦੋਂ ਰਹਿਣਾ ਕੀਤਾ। ਤਿੰਨ ਪਿਖ ਕਹਿ ਬੇਦੀ ਕੁਲਦੀਪ। ਉਹਨਾਂ ਨੂੰ ਵੇਖ ਕਰਕੇ ਬੇਦੀ ਕੁਲਦੀਪ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਤਾਈ ਪਿਆਰਿਓ ਇਹ ਵਚਨ ਕਰਨਾ ਕੀਤਾ। ਇਹ ਜਿਹੜੀ ਸਾਖੀ ਚੱਲ ਰਹੀ ਹੈ ਅੱਗੇ ਪਿਆਰਿਓ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਜਦੋਂ ਇਤਿਹਾਸ ਆਵੇਗਾ ਉਹਦੇ ਵਿੱਚ ਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਤੇ ਇਹਦੇ ਨਾਲ ਦੀ ਜਿਹੜੀ ਹੈ ਕੁਛ ਰਹਿੰਦੀ ਸਾਖੀ ਜਿਹੜੀ ਹੈ ਰਹਿੰਦਾ ਇਤਿਹਾਸ ਉਹਨਾਂ ਨੇ ਉੱਥੇ ਵਰਣਨ ਕਰਨਾ ਕੀਤਾ। ਭਾਵ ਕਿ ਇਤਿਹਾਸ ਕਹਾਣੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਤੋਂ ਚੱਲ ਕਰਕੇ ਜਦੋਂ ਉਜਾੜ ਦੇ ਵਿੱਚ ਜੰਗਲ ਦੇ ਵਿੱਚ ਜਾ ਰਹੇ ਸਨ ਤਾਂ ਸਿੱਖਾਂ ਦੀ ਪਰਖ ਕਰਨ ਵਾਸਤੇ ਸਭ ਤੋਂ ਪਹਿਲੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਬੋਝੇ ਦੇ ਵਿੱਚ ਇੱਕ ਬੋਝਾ ਬਸਤਾ ਮਹਾਰਾਜ ਜੀ ਦੇ ਕੋਲ ਸੀ, ਉਹਦੇ ਵਿੱਚੋਂ ਚਾਂਦੀ ਦੇ ਸਿੱਕੇ ਜਿਹੜੇ ਹਨ ਕੱਢ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੇ ਵੱਲ ਵਗਾ ਦਿੱਤੇ। ਤੇ ਕਈ ਜਿਹੜੇ ਹਨ ਉਹ ਲਾਲਚ ਦੇ ਵਿੱਚ ਆ ਗਏ। ਉਹਨਾਂ ਨੂੰ ਲੱਗਿਆ ਕਿ ਲਓ ਭਾਈ ਲੱਗਦਾ ਸਤਿਗੁਰੂ ਮਹਾਰਾਜ ਸਾਨੂੰ ਇਨਾਮ ਦੇ ਰਹੇ ਹਨ, ਤੇ ਉਹਨਾਂ ਨੇ ਉਹ ਚਾਂਦੀ ਦੇ ਸਿੱਕੇ ਜਿਹੜੇ ਹਨ ਉਹ ਮਾਇਆ ਲੈ ਕਰਕੇ ਉਹ ਵਾਪਸ ਘਰਾਂ ਨੂੰ ਆ ਗਏ। ਫਿਰ ਵੀ ਕਈ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ, ਸਤਿਗੁਰੂ ਮਹਾਰਾਜ ਜੀ ਨੇ ਪਰਚਾ ਔਰ ਜ਼ਿਆਦਾ ਸਖਤ ਕਰ ਦਿੱਤਾ ਤੇ ਔਰ ਜ਼ਿਆਦੀ ਲਾਲਚ ਲਾ ਦਿੱਤੀ ਸੀ। ਮਹਾਰਾਜ ਜੀ ਨੇ ਫਿਰ ਦੂਜੀ ਵਾਰੀ ਚਾਂਦੀ ਦੇ ਸਿੱਕੇ ਲਈ ਸੋਨੇ ਦੀਆਂ ਅਸ਼ਰਫੀਆਂ ਜਿਹੜੀਆਂ ਬੁੱਕਾਂ ਭਰ ਭਰ ਕੇ ਸਿੱਖਾਂ ਦੇ ਵੱਲ ਸੁੱਟਣਾ ਕੀਤਾ। ਮਾਇਆ ਜਦੋਂ ਸੁੱਟਣੀ ਕੀਤੀ ਹੈ ਤੇ ਉਹਨਾਂ ਦੇ ਵਿੱਚੋਂ ਕਈ ਜਿਹੜੇ ਸਿੱਖ ਪਿਆਰਿਓ ਉਹਨਾਂ ਨੂੰ ਫਿਰ ਲਾਲਚ ਲੱਗ ਗਈ। ਜਿਹੜੇ ਚਾਂਦੀ ਦੇ ਸਿੱਕੇ ਜਿਹੜੇ ਨਹੀਂ ਚੁਣ ਸਕੇ ਉਹਨਾਂ ਨੇ ਕਿਹਾ ਭਈ ਚਾਂਦੀ ਨਹੀਂ ਲੈਣਾ। ਲੇਕਿਨ ਜਦੋਂ ਸੋਨੇ ਦੇ ਸਿੱਕੇ ਮਹਾਰਾਜ ਜੀ ਨੇ ਸੁੱਟਣੇ ਕੀਤੇ ਤਾਂ ਉਹਨਾਂ ਨੇ ਫਿਰ ਕਿਹਾ ਕੋਈ ਗੱਲ ਨਹੀਂ ਹੈ, ਲੱਗਦਾ ਮਹਾਰਾਜ ਸਾਨੂੰ ਇਨਾਮ ਦੇ ਰਹੇ ਹਨ। ਉਹਨਾਂ ਨੇ ਫਿਰ ਸੋਨੇ ਦੀਆਂ ਅਸ਼ਰਫੀਆਂ ਚੁਣਨੀਆਂ ਕੀਤੀਆਂ ਤੇ ਜਦੋਂ ਉਹ ਸਿੱਕੇ ਲੈ ਲਏ ਸੋਨੇ ਦੇ ਸਿੱਕੇ ਤੇ ਮਹਾਰਾਜ ਜੀ ਨੇ ਕਿਹਾ ਸਿੱਖੋ ਤੁਸੀਂ ਲੈ ਲਿਆ ਨਾ, ਹੁਣ ਚੱਲ ਜਾਓ। ਉਸ ਤੋਂ ਬਾਅਦ ਵੀ ਪਿਆਰਿਓ ਕਈ ਮਰਜੀਵੜੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ। ਫਿਰ ਉਹਨਾਂ ਦੀ ਪਰਖ ਕਰਨ ਵਾਸਤੇ ਮਹਾਰਾਜ ਜੀ ਨੇ ਲਾਲਚ ਦਾ ਦਾਇਰਾ ਬਹੁਤ ਜ਼ਿਆਦਾ ਵਧਾ ਦਿੱਤਾ। ਲਾਲਚ ਦੀ ਕੰਧ ਜਿਹੜੀ ਹੈ ਬਹੁਤ ਲੰਬੀ ਕਰ ਦਿੱਤੀ। ਮਹਾਰਾਜ ਜੀ ਨੇ ਫਿਰ ਆਪਣੇ ਬੋਝੇ ਦੇ ਵਿੱਚੋਂ ਫਿਰ ਤੀਜੀ ਵਾਰੀ ਚਾਂਦੀ ਦੇ ਜਾਂ ਸੋਨੇ ਦੇ ਸਿੱਕੇ ਨਹੀਂ, ਹੀਰੇ ਜਵਾਹਰਾਤ ਜਿਹੜੇ ਸਨ ਮਹਾਰਾਜ ਜੀ ਨੇ ਬੁੱਕਾਂ ਭਰ ਕਰਕੇ ਸਿੱਖਾਂ ਦੇ ਵੱਲ ਸੁੱਟਣਾ ਕੀਤਾ।
ਤਾਂ ਪਿਆਰਿਓ ਕਈ ਜਿਹੜੇ ਹਨ ਉਹ ਹੀਰੇ ਜਵਾਹਰਾਤ ਲੈ ਕਰਕੇ ਦੌੜ ਗਏ, ਭੱਜ ਗਏ। ਸਿਰਫ ਨੇਮੀ ਪ੍ਰੇਮੀ ਜਿਹੜੇ ਇਤਿਹਾਸਕਾਰ ਦੱਸਦੇ ਹਨ 3-4 ਸਿੱਖ, ਜਿਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ, ਬਾਬਾ ਲਹਿਣਾ ਸਾਹਿਬ ਜੀ ਔਰ 1-2 ਨਾਮ ਤਰੀਕ ਸਿੱਖ ਜਿਹੜੇ ਉਹ ਰਹਿ ਗਏ। ਬਾਕੀ ਕਈ ਲਾਲਚ, ਕਈ ਚਾਂਦੀ ਦੇ ਸਿੱਕੇ ਲੈ ਕਰਕੇ, ਕੋਈ ਸੋਨੇ ਦੇ ਸਿੱਕੇ ਅਸ਼ਰਫੀਆਂ, ਕੋਈ ਹੀਰੇ ਜਵਾਹਰਾਤ ਲੈ ਕਰਕੇ ਆਪਣੇ ਘਰਾਂ ਨੂੰ ਚੱਲ ਗਏ। ਹੁਣ ਉਹਨਾਂ ਦੇ ਵਿੱਚੋਂ ਜਿਹੜੇ ਰਹਿ ਗਏ ਸੀ, ਸਤਿਗੁਰੂ ਮਹਾਰਾਜ ਉਹਨਾਂ ਦੇ ਪ੍ਰਤੀ ਇਹ ਬਚਨ ਕਰ ਰਹੇ ਹਨ, ਜੇ ਤੁਮ ਠਾਂਡੇ ਰਹੋ ਇਹ ਥਾਨ। ਕਈ ਜਿਹੜੇ ਹੱਠ ਨੂੰ ਧਾਰਨ ਕਰਕੇ ਰਹਿ ਗਏ, ਸਤਿਗੁਰੂ ਮਹਾਰਾਜ ਉਹਨਾਂ ਪ੍ਰਤੀ ਉਚਾਰਨ ਕਰਦੇ, ਕਹਿੰਦੇ ਕਿ ਭਾਈ ਜੇ ਤੁਸਾਂ ਨੇ ਹੱਠ ਧਾਰਨ ਕਰਕੇ ਜੇ ਇੱਥੇ ਰਹਿਣਾ ਕੀਤਾ ਤਾਂ ਸ਼ਬ ਕੋ ਖਾਹੂ ਬਿਲਮ ਕਰ ਹਾਨ। ਇੱਥੇ ਦੇਰੀ ਨਾ ਕਰਨਾ ਕਰੋ। ਆ ਜਿਹੜਾ ਸ਼ਵ, ਇਹ ਲਾਸ਼ ਪਈ ਮੁਰਦਾ ਪਿਆ ਹੋਇਆ, ਇੱਥੇ ਖੜਨ ਦਾ ਰਹਿਣ ਦਾ ਕੋਈ ਫਾਇਦਾ ਨਹੀਂ ਹੈ। ਜੇ ਰਹਿਣਾ ਹੀ ਹੈ ਇੱਥੇ ਤਾਂ ਇਹ ਮੁਰਦਾ ਜਿਹੜਾ ਸੜਿਆ ਇਹਨੂੰ ਤੁਸੀਂ ਛਕਣਾ ਕਰੋ। ਨਾਹੀਂ ਤਾਂ ਜਾਹੂ ਸਦਨ ਕੋ ਧਾਈ। ਨਹੀਂ ਤਾਂ ਤੁਸੀਂ ਆਪਣੇ ਆਪਣੇ ਘਰਾਂ ਨੂੰ ਚੱਲ ਜਾਓ, ਭੱਜ ਜਾਓ, ਦੌੜ ਜਾਓ। ਦੋ ਮੈਂ ਕਰਹੋ ਜੇ ਇੱਕ ਮਨ ਭਾਈ। ਇਹ 2 ਜਿਹੜੀਆਂ ਗੱਲਾਂ ਹਨ ਉਹਦੇ ਵਿੱਚੋਂ ਇੱਕ ਕੰਮ ਕਰਨਾ। ਇਹ ਨਹੀਂ ਹੈ ਕਿ ਭਾਈ ਕਿ ਨਹੀਂ ਜੀ ਮੈਂ ਇੱਥੇ ਰਵਾਂਗਾ ਭਾਵੇਂ ਮੈਂ ਮੁਰਦਾ ਨਹੀਂ ਖਾਵਾਂਗਾ। ਇਹ 2 ਗੱਲਾਂ ਨਹੀਂ ਹੋ ਸਕਦੀਆਂ। ਜੇ ਇੱਥੇ ਰਹਿਣਾ ਹੈ ਸਾਡੇ ਕੋਲ, ਸਿੱਖ ਅਖਵਾਉਣਾ ਹੀ, ਮਹਾਰਾਜ ਕਹਿੰਦੇ ਤਾਂ ਮੁਰਦਾ ਛਕਣਾ ਕਰੋ। ਜੇ ਨਹੀਂ ਖਾਣਾ ਹੀ ਤਾਂ ਮਹਾਰਾਜ ਕਹਿਣ ਲੱਗੇ ਦੌੜ ਜਾਓ, ਆਪਣੇ ਆਪਣੇ ਘਰਾਂ ਨੂੰ ਚੱਲ ਜਾਓ। ਹੁਣ 2 ਦੇ ਵਿੱਚੋਂ ਇੱਕ ਹੀ ਹੋਵੇਗਾ। ਇਹ ਕੋਈ ਨਹੀਂ ਕਹਿ ਸਕਦਾ ਮਹਾਰਾਜ ਮੈਂ ਤਾਂ ਨਹੀਂ ਛਕਣਾ, ਤੇ ਕੌਣ ਛਕਦਾ ਮੈਂ ਦੇਖਾਂਗਾ ਤਮਾਸ਼ਾ। ਨਹੀਂ ਭਾਈ, ਜੇ ਛਕਣਾ ਤੇ ਰਹੋ, ਨਹੀਂ ਤਾਂ ਦੌੜ ਜਾਓ, ਭੱਜ ਜਾਓ। ਡਰਤ ਹਿਰਦੇ ਕੰਪਤ ਤਨ ਸਾਰੇ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਗਰਜਵੀਂ ਆਵਾਜ਼ ਦੇ ਵਿੱਚ ਇਹ ਬਚਨ ਕਰਨਾ ਕੀਤਾ, ਮਹਾਰਾਜ ਜੀ ਦੀ ਗਰਜਵੀਂ ਆਵਾਜ਼ ਤੋਂ, ਮਹਾਰਾਜ ਜੀ ਦੇ ਜਾਹੋ ਜਲਾਲ ਤੋਂ ਡਰਦਿਆਂ ਹੋਇਆਂ ਹੱਥ ਬੰਦ ਕੇ ਬਚਨ ਉਚਾਰੇ। ਉਹਨਾਂ ਸਿੱਖਾਂ ਨੇ ਫਿਰ ਡਰਦਿਆਂ ਹੋਇਆਂ ਹੱਥ ਜੋੜ ਕਰਕੇ ਕੰਬੀ ਜਾ ਰਹੇ ਤੇ ਨਾਲ, ਮਹਾਰਾਜ ਅਸੀਂ ਆਪ ਜੀ ਦੇ ਸਿੱਖ ਹਾਂ, ਸਿੱਖ ਜੋ ਮਰਜ਼ੀ ਹੋ ਜਾਏ, ਅਸੀਂ ਆਪਣੇ ਘਰਾਂ ਨੂੰ ਨਹੀਂ ਜਾਣਾ ਹੈ। ਮਾਰਿਓ ਪੁੱਤ ਕਾ ਸੁਨ ਸਿੱਖ ਨਾਮ। ਜਦੋਂ ਇਹਨਾਂ ਨੇ ਕਿਹਾ ਨਾ ਸਿੱਖਾਂ ਨੇ, ਮਹਾਰਾਜ ਤੁਸੀਂ ਭੁੱਲ ਗਏ ਅਸੀਂ ਤੁਹਾਡੇ ਸਿੱਖ ਹਾਂ। ਜਦੋਂ ਕਹਿੰਦੇ ਮਹਾਰਾਜ ਸਿੱਖ, ਫਿਰ ਮਹਾਰਾਜ ਜੀ ਨੇ ਡੰਡਾ ਚੁੱਕ ਲਿਆ, ਚੁੱਕ ਕਰਕੇ ਵਗਾ ਵਗਾ ਕੇ ਸਿੱਖਾਂ ਨੂੰ ਮਾਰਦੇ। ਕੁੱਟਣ ਹਮਰੇ ਸਿੱਖ ਕਹਾਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਚੁਗਲੋ ਤੁਸੀਂ ਸਾਨੂੰ ਆਪਣੇ ਸਿੱਖ ਅਖਵਾਉਂਦੇ ਹੋ। ਭਾਵ ਕਿ ਕਾਦੇ ਸਿੱਖ ਹੋ? ਭਾਵ ਕਿ ਕੁੱਟਣ ਦਾ ਮਤਲਬ ਪਿਆਰਿਓ ਇਹਦੇ ਅਰਥ ਬੜੇ ਕਮਾਲ ਦੇ ਹਨ। ਜਿਸ ਤਰ੍ਹਾਂ ਕਿ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ ਨਾ ਆਸਾ ਦੀ ਵਾਰ ਦੇ ਵਿੱਚ ਕਿ ਸਲਾਮ ਜਵਾਬ ਦੋਵੇਂ ਕਰੇ ਮੁੰਡਾ ਪੁੱਠਾ ਜਾਏ। ਜਿਹੜਾ ਆ ਕਰਕੇ ਅੱਗੋਂ ਦੀ ਸਲਾਮ ਵੀ ਕਰਨਾ ਕਰੇ ਤੇ ਫਿਰ ਮੌਕਾ ਲੱਗ ਜਾਏ ਤੇ ਅੱਗੋਂ ਜਵਾਬ ਵੀ ਦੇ ਦਵੇ, ਅੱਗੋਂ ਕਹਿ ਦਵੇ ਕਿ ਮਾਲਕਾ ਇਹ ਕੰਮ ਨਹੀਂ ਹੋ ਸਕਦਾ। ਇੱਕ ਪਾਸੇ ਝੁਕ ਕਰਕੇ ਕਰੇ ਜੀ ਮੈਂ ਤੁਹਾਡਾ ਗੁਲਾਮ ਹਾਂ, ਜੋ ਬਚਨ ਕਰੋਗੇ ਮੈਂ ਉਹ ਬਚਨ ਪੂਰਾ ਕਰਾਂਗਾ, ਤੁਹਾਡਾ ਕੰਮ ਕਰਾਂਗਾ। ਤੇ ਜਦੋਂ ਮਾਲਕ ਨੇ ਕਹਿ ਦਿੱਤਾ ਕਿ ਭਾਈ ਆ ਕੰਮ ਕਰਨਾ, ਤੇ ਅੱਗੋਂ ਉਹ ਕਹਿ ਦਵੇ ਕਿ ਨਹੀਂ ਮਾਲਕ ਜੀ, ਨਹੀਂ ਜੀ ਇਹ ਕੰਮ ਮੇਰੇ ਤੋਂ ਨਹੀਂ ਹੋ ਸਕਦਾ। ਇਹਨੂੰ ਕਹਿੰਦੇ ਸਲਾਮ ਜਵਾਬ। ਤੇ ਇਹਨੂੰ ਅੰਗਰੇਜ਼ੀ ਦੇ ਵਿੱਚ ਡੂਅਲ ਜਿਹੜੀ ਹੈ ਪਰਸਨੈਲਿਟੀ ਬੋਲਦੇ ਹਨ ਕਿ ਇੱਕ ਪਾਸੇ ਤਾਂ ਕਹਿਣਾ ਜੀ ਮੈਂ ਸਭ ਕਰਨਾ, ਤੇ ਜਦੋਂ ਗੱਲ ਕਰਨ ਦੀ ਆਉਂਦੀ ਹੈ ਤੇ ਮੁੱਕਰ ਜਾਣਾ। ਤੇ ਇਸ ਸ਼ਬਦ ਨੂੰ ਫਿਰ ਇੱਥੇ ਕਵੀ ਰਾਜ ਜੀ ਨੇ ਕੁੱਟਣ ਸ਼ਬਦ ਜਿਹੜਾ ਹੈ ਇਹ ਵਰਤਨਾ ਕੀਤਾ। ਭਾਵ ਕਿ ਚੁਗਲੋ, ਭਾਵ ਕਿ ਤੁਸਾਂ ਨੇ ਇੱਕ ਜਿਹੜਾ ਹੈ ਆਪਣਾ ਮਤ ਧਾਰਨ ਨਹੀਂ ਕਰਨਾ ਕੀਤਾ। ਕਦੇ ਕਹਿੰਦੇ ਕਿ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਸਤਿਗੁਰੂ ਜੀ ਕਹਿਣ ਲੱਗੇ ਸਿੱਖ ਹੈ ਤਾਂ ਮੁਰਦਾ ਖਾਓ, ਤੇ ਜੇ ਮੁਰਦਾ ਨਹੀਂ ਖਾਣਾ ਤੇ ਘਰੇ ਭੱਜ ਜਾਓ, ਦੌੜ ਜਾਓ। ਇਹ ਦੋਵਾਂ ਦੇ ਵਿੱਚ ਇੱਕ ਕਰਨਾ ਕਰੋ। ਤੇ ਤੁਸੀਂ ਕਹਿੰਦੇ ਕਿ ਮਹਾਰਾਜ ਸਿੱਖ ਹਾਂ ਲੇਕਿਨ ਮੁਰਦਾ ਨਹੀਂ ਖਾਣਾ, ਇੱਥੇ ਹੀ ਖੜਨਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਵਰਤਿਆ ਕਿਹਾ ਕਿ ਕੁੱਟਣ ਹਮਰੇ ਸਿੱਖ ਕਹਾਵੋ, ਕਿ ਤੁਸੀਂ ਤਾਂ ਬੇਈਮਾਨ ਹੋ। ਸਿੱਖ ਤੁਸੀਂ ਸਾਡੇ
ਕਿਸ ਤਰ੍ਹਾਂ ਅਖਵਾ ਸਕਦੇ। ਬਚਨ ਕਰਿਓ ਗੁਰ ਸੋ ਨ ਕਮਾਵਾ। ਜੇ ਗੁਰੂ ਨੇ ਬਚਨ ਕਰਨਾ ਕੀਤਾ ਤੇ ਉਹ ਬਚਨ ਦੀ ਕਮਾਈ ਕਰਨੀ ਚਾਹੀਦੀ ਹੈ। ਬਚਨ ਗੁਰੂ ਪੂਰੇ ਜੇ ਕਹਿਆ ਮੈਂ ਸ਼ੀਕ ਗਾਂਠੜੀ ਪਾਉਂਦਾ, ਉਹਨੂੰ ਫਿਰ ਗੰਢ ਦੇ ਵਿੱਚ ਬੰਨ ਲੈਣਾ ਚਾਹੀਦਾ। ਉਹ ਬਚਨ ਜਿਹੜਾ ਹੈ ਪੂਰਾ ਕਰਨਾ ਚਾਹੀਦਾ, ਤਾਂ ਹੀ ਤਾਂ ਆਪਾਂ ਉਹਨੂੰ ਸਿੱਖ ਕਹਿ ਸਕਦੇ ਹਾਂ। ਮਹਾਰਾਜ ਜੀ ਨੇ ਕਿਹਾ ਨਾ ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਕਿ ਜਿਹੜੀ ਗੁਰੂ ਕੀ ਆਗਿਆ ਸਹਿੰਦਾ ਹੈ, ਧਾਰਨ ਕਰਦਾ, ਉਹੀ ਅਸਲੀ ਸਿੱਖ ਹੈ। ਤੇ ਤੁਸੀਂ ਤਾਂ ਸਲਾਮ ਵੀ ਕਰਦੇ ਤੇ ਨਾਲ ਜਵਾਬ ਵੀ ਦਿੰਦੇ ਹੋ। ਕਾਹਦੇ ਤੁਸੀਂ ਸਿੱਖ ਹੋ? ਜੇ ਸਿੱਖ ਹੈ ਤਾਂ ਮੁਰਦਾ ਖਾਓ, ਨਹੀਂ ਤਾਂ ਦੌੜ ਜਾਓ, ਭੱਜ ਜਾਓ। ਦੋਹਰਾ ਪੁਨ ਮਾਰਨ ਕੁਤਕਾ ਲਗੇ, ਭਾਗੇ ਸਭ ਕਰ ਤਰਾਸ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕੁਤਕਾ ਲੈ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਾਰਨਾ ਕੀਤਾ, ਹੱਡੀਆਂ ਭੰਨ ਦਿੱਤੀਆਂ। ਤੇ ਹੁਣ ਮਹਾਰਾਜ ਜੀ ਦੇ ਮਾਰ ਦੇ ਡਰ ਤੋਂ ਹੁਣ ਉਹ ਸਿੱਖ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਸਨ, ਉਹ ਦੌੜਨ ਲੱਗੇ, ਭੱਜਣ ਲੱਗੇ। ਰਹਿਓ ਨ ਕੂ ਸੰਗ ਤਬ ਇੱਕ ਲਹਿਣਾ ਰਹਿ ਪਾਸ। ਕੋਈ ਜਿਹੜਾ ਸਿੱਖ ਜਿਹੜਾ ਹੈ ਬਹੁਤ ਸਾਰੀ ਗਿਣਤੀ ਦੇ ਵਿੱਚ ਸਨ, ਲੇਕਿਨ ਹੁਣ ਕੋਈ ਸਤਿਗੁਰੂ ਮਹਾਰਾਜ ਜੀ ਦੇ ਨਾਲ ਨਹੀਂ ਹੈ। ਸਾਰੇ ਸਿੱਖ ਦੌੜ ਗਏ। ਹੁਣ ਇੱਕੋ ਇੱਕ ਸਿੱਖ ਜਿਹੜੇ ਬਾਬਾ ਲਹਿਣਾ ਜੀ, ਉਹ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਰਹਿ ਗਏ। ਜਦੋਂ ਪਿਆਰਿਓ ਆਪ ਥੋੜੀ ਆਪਣਾ ਧਿਆਨ ਜਿਹੜਾ ਹੈ ਪਿਛਲੇ ਇਤਿਹਾਸ ਦੇ ਵੱਲ ਆਪ ਜੀ ਜੋੜਨਾ ਕਰੋ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਸਵਾਂਗ ਵਰਤਣਾ ਕੀਤਾ, ਜਦੋਂ ਇਹ ਪਰਚੇ ਪਾਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਆਰਿਓ, ਉਸ ਵੇਲੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ, ਕਰਤਾਰਪੁਰ ਸਾਹਿਬ ਦੇ ਵਿੱਚ ਸਿੱਖਾਂ ਦਾ ਇਕੱਠ ਮੌਜੂਦ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਕਰੀਬਨ 30-40 ਹਜ਼ਾਰ ਦੇ ਕਰੀਬ ਸਿੱਖ ਮੌਜੂਦ ਸਨ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਪਰਖ ਪਾਈ ਹੈ, ਸਾਰੇ ਦੌੜ ਗਏ, ਸਾਰੇ ਭੱਜ ਗਏ। ਹੁਣ ਓੜ ਬਿਲੋਕਤ ਬਚਨ ਉਚਾਰਾ। ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੂੰ ਵੇਖ ਕਰਕੇ ਬਚਨ ਉਚਾਰਨ ਕੀਤਾ। ਕਿਉਂ ਠਾਂਡੋ ਤੂੰ ਨਹੀਂ ਸਿਧਾਰਾ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਲਹਿਣਾ ਤੂੰ ਕਿਉਂ ਖੜਿਆ ਭਾਈ, ਤੂੰ ਕਿਉਂ ਨਹੀਂ ਭੱਜਦਾ ਇੱਥੋਂ, ਤੂੰ ਕਿਉਂ ਨਹੀਂ ਚੱਲ ਜਾਂਦਾ ਘਰੇ। ਅਹੈ ਜੇ ਸਿੱਖ ਬਚਨ ਮਾਨੋ ਮੋਰ। ਨਾਲ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ, ਜੇ ਸਾਡਾ ਸਿੱਖ ਅਖਵਾਉਣਾ ਹੀ ਤਾਂ ਸਤਿਗੁਰੂ ਮਹਾਰਾਜ ਸਾਡਾ ਕਹਿੰਦੇ ਕਿ ਸਾਡਾ ਬਚਨ ਮੰਨਣਾ ਪਵੇਗਾ। ਹੁਣ ਸਿਰਫ ਨਾਮ ਕਰਕੇ ਕੋਈ ਸਿੱਖ ਜਿਹੜਾ ਨਹੀਂ ਅਖਵਾ ਸਕਦਾ। ਜਿਹੜਾ ਸਾਡਾ ਬਚਨ ਮੰਨੇਗਾ ਉਹੀ ਸਾਡਾ ਸਿੱਖ ਹੋਵੇਗਾ। ਸ਼ਬ ਕੋ ਖਾਹੂ ਬਿਲਮ ਨਹੀਂ ਕਰ। ਸਤਿਗੁਰੂ ਜੀ ਕਹਿਣ ਲੱਗੇ ਹੁਣ ਦੇਰੀ ਨਾ ਕਰਨਾ ਕਰ ਬਾਬਾ ਲਹਿਣਾ ਜੀ। ਜੇ ਸਾਡੇ ਸਿੱਖ ਅਖਵਾਉਣਾ ਤੇ ਹੁਣ ਆ ਮੁਰਦਾ ਜਿਹੜਾ ਇਹਨੂੰ ਛਕਣਾ ਕਰੋ, ਨਹੀਂ ਤਾਂ ਦੌੜ ਜਾਓ, ਭੱਜ ਜਾਓ। ਸੁਣ ਕੇ ਲਹਿਣੇ ਦਵੈ। ਸਾਡੇ ਪਛਤਾਪ ਭਾਵ ਕੇ ਸਾਡੇ ਤੋਂ ਬਾਅਦ ਸਾਰੇ ਜਗਤ ਦੀ ਜੋ ਇਹ ਗੁਰਿਆਈ ਜਿਹੜੀ ਹੈ ਇਹ ਆਪ ਜੀ ਨੂੰ ਪ੍ਰਾਪਤ ਹੋਵੇਗੀ। ਭਲੀ ਭਾਂਤ ਵਹਿ ਬਖਿਆਤੀ। ਸਾਰਾ ਇਹ ਕਿਉਂ ਪਿਆਰਿਓ, ਜੇ ਬੀਜ ਨਾਸ਼ ਹੋ ਗਿਆ ਤੇ ਸਭ ਖਤਮ ਹੋ ਜਾਂਦਾ। ਜੇ ਬੀਜ ਰਹਿ ਜਾਵੇ, ਕਈ ਵਾਰੀ ਕੀ ਹੁੰਦਾ ਆਪਾਂ ਵੇਖਦੇ ਹਾਂ ਖੇਤੀ ਜਿਹੜੀ ਹੁੰਦੀ ਹੈ, ਕਈ ਵਾਰੀ ਖੇਤੀ ਵਿੱਚ ਉਜਾੜਾ ਆ ਜਾਂਦਾ, ਖੇਤੀ ਨਸ਼ਟ ਹੋ ਜਾਂਦੀ ਹੈ। ਲੇਕਿਨ ਸਿਆਣੇ ਕਿਸਾਨ ਕਹਿੰਦੇ ਨਾ ਕੋਈ ਗੱਲ ਨਹੀਂ ਹੈ ਭਾਈ ਨਸ਼ਟ ਹੋ ਗਈ, ਐਤਕੀ ਫਸਲ ਜਿਹੜੀ ਹੈ ਬਰਬਾਦ ਹੋ ਗਈ, ਕੋਈ ਗੱਲ ਨਹੀਂ ਹੈ, ਅਸਾਂ ਨੇ ਬੀਜ ਰੱਖ ਲਿਆ, ਅੱਜ ਨਹੀਂ ਤਾਂ ਕੱਲ ਉਹ ਦੁਬਾਰਾ ਬੀਜ ਬੋਵਾਂਗੇ ਤੇ ਫਿਰ ਤੋਂ ਉਹ ਖੇਤੀ ਹਰੀ ਭਰੀ ਹੋ ਜਾਵੇਗੀ। ਲੇਕਿਨ ਪਿਆਰਿਓ ਜਿਨ੍ਹਾਂ ਦਾ ਬੀਜ ਨਸ਼ਟ ਹੋ ਜਾਂਦਾ ਫਿਰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ, ਸਭ ਉਹਨਾਂ ਦਾ ਉਜੜ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜੇ ਬੀਜ ਰਹਿ ਗਿਆ ਪਿਆਰਿਓ, ਇੱਕ ਬੀਜ ਵੀ ਰਹਿ ਗਿਆ ਤੇ ਇੱਕ ਬੀਜ ਸਮਾਂ ਪਾ ਕਰਕੇ ਸਾਰੇ ਜੰਗਲ ਨੂੰ ਉਹ ਹਰਾ ਭਰਾ ਕਰ ਸਕਦਾ। ਇੰਨੀ ਜ਼ਿਆਦੀ ਉਹਦੇ ਅੰਦਰ ਤੱਕ ਸ਼ਕਤੀ ਹੁੰਦੀ ਹੈ, ਉਹਦੀ ਤਾਸੀਰ ਹੁੰਦੀ ਹੈ। ਮਹਾਰਾਜ ਜੀ ਨੇ ਕਿਹਾ ਆਪ ਜੀ ਨੇ ਸਿੱਖਾਂ ਦੀ ਜੋ ਬੀਜ ਹੈ ਉਹਨੂੰ ਆਪ ਨੇ ਰੱਖ ਲੈਣਾ ਕੀਤਾ। ਇਸ ਪ੍ਰਕਾਰ ਕਹਿ ਸੁਖ ਦਾ ਬਾਣੀ। ਇਸ ਤਰ੍ਹਾਂ ਸੁੱਖਾਂ ਨੂੰ ਦੇਣ ਵਾਲੀ ਬਾਣੀ ਉਚਾਰਨ ਕੀਤੀ। ਗਮਨ ਕੀਨ ਪੁਰ ਕੋ ਗੁਣ ਖਾਨੀ। ਉਸ ਤੋਂ ਬਾਅਦ ਗੁਨਾ ਦੀ ਖਾਨ ਸਤਿਗੁਰੂ ਮਹਾਰਾਜ ਜੀ ਹੁਣ ਨਗਰ ਦੇ ਵੱਲ ਜਾ ਰਹੇ ਹਨ। ਧਰਮਸਾਲ ਮਹਿ ਆਏ ਬਿਰਾਜੇ। ਦੇਖੋ ਮਹਾਰਾਜ ਜੀ ਨੇ ਪਰਖ ਪਾਈ ਹੈ, ਪਰਚਾ ਲੈਣਾ ਕੀਤਾ ਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੂੰ ਕਿੰਨੇ ਜ਼ਿਆਦੇ ਵਰ ਦੇ ਦਿੱਤੇ। ਆਪਣਾ ਅੰਗ ਅੱਧ ਉਹਨਾਂ ਨੇ ਬਣਾ ਲਿਆ ਤੇ ਫਿਰ ਬਣਾ ਕਰਕੇ ਥਾਪੜੇ ਦੇ ਕਰਕੇ ਸਤਿਗੁਰੂ ਮਹਾਰਾਜ
ਵਾਪਸ ਪਿਆਰਿਓ ਧਰਮਸਾਲ ਦੇ ਵਿੱਚ ਆ ਕਰਕੇ ਵਿਰਾਜਮਾਨ ਹੋ ਗਏ। ਹੁਣ ਇਸ ਤੋਂ ਪਹਿਲਾਂ ਬਹੁਤ ਲੰਬਾ ਸਮਾਂ, ਕਿਉਂਕਿ ਇੱਥੇ ਸਮਾਂ ਦਾ ਜਿਹੜਾ ਜ਼ਿਕਰ ਨਹੀਂ ਆਇਆ, ਲੇਕਿਨ ਆਪਾਂ ਅਨੁਮਾਨ ਲਾ ਕਰਕੇ ਕਹਿ ਸਕਦੇ ਹਾਂ 3-4 ਸਾਲ ਸਤਿਗੁਰੂ ਮਹਾਰਾਜ ਧਰਮਸਾਲ ਦੇ ਵਿੱਚ ਵਿਰਾਜਮਾਨ ਨਹੀਂ ਹੋਏ। ਉਜਾੜਾਂ ਦੇ ਵਿੱਚ, ਜੰਗਲ ਦੇ ਵਿੱਚ ਜਾ ਕਰਕੇ ਮਹਾਰਾਜ ਜੀ ਰਿਹਾ ਕਰਦੇ ਸਨ। ਜੰਗਲ ਦੇ ਵਿੱਚ ਹੀ ਮਹਾਰਾਜ ਜੀ ਨੇ ਨਿੱਕੀ ਕੁਟੀਆ ਜਿਹੜੀ ਹੈ ਉਹ ਛਵਾਉਣੀ ਕੀਤੀ। ਰੇਤ ਅੱਕ ਆਹਾਰ ਕਰ ਰੋਡਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵਡੈ ਭਾਗ ਹਰ ਸਿਉ ਬਨ ਆਈ। ਸਤਿਗੁਰੂ ਮਹਾਰਾਜ ਜੀ ਨੇ ਬਹੁਤ ਭਾਰੀ ਉੱਥੇ ਤਪ ਕਰਨਾ ਕੀਤਾ। ਇਹ ਤਰ੍ਹਾਂ ਦੇ ਚੋਜ ਵਰਤਾਏ। ਉਸ ਤੋਂ ਬਾਅਦ ਜਦੋਂ ਆ ਪ੍ਰੀਖਿਆ ਜਦੋਂ ਪੂਰੀ ਹੋ ਗਈ, ਸਤਿਗੁਰੂ ਮਹਾਰਾਜ ਜੀ ਨੇ ਵੀ ਆਪਣਾ ਵਿਕਰਾਲ ਰੂਪ ਉਹਨੂੰ ਸੰਕੋਚਨਾ ਕੀਤਾ। ਆਪਣੀ ਲੀਲਾ ਨੂੰ ਮਹਾਰਾਜ ਜੀ ਸੰਕੋਚਦੇ ਹੋਏ ਵਾਪਸ ਧਰਮਸਾਲ ਵਿੱਚ ਆਣ ਕਰਕੇ ਵਿਰਾਜਮਾਨ ਹੋਏ। ਜਿਨ ਕੇ ਦਰਸ਼ਨ ਤੇ ਦੁਖ ਭਾਜੇ। ਕਬੀਰਾਜ ਜੀ ਕਹਿੰਦੇ ਇਹੋ ਜਿਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ, ਜਿਨ੍ਹਾਂ ਦੇ ਸਿਰਫ ਦਰਸ਼ਨ ਕਰਨ ਮਾਤਰ ਕਰਕੇ ਸਾਰੇ ਕਲਮਲ ਭੱਜ ਜਾਂਦੇ ਹਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਸਿੱਖੀ ਪਰਖਨ ਪ੍ਰਸੰਗ ਵਰਣਨੰ ਨਾਮ 50ਵਾਂ ਅਧਿਆਇ। ਇੱਥੇ ਪਿਆਰਿਓ 50ਵਾਂ ਅਧਿਆਇ ਜਿਹੜਾ ਹੈ ਉਹਦੀ ਸਮਾਪਤੀ ਹੋਈ ਹੈ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੀ ਪਰਖ ਕਰਨੀ ਕੀਤੀ। ਹੁਣ ਅਗਲਾ ਜਿਹੜਾ 51ਵਾਂ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ। ਦੋਹਰਾ ਸ੍ਰੀ ਗੁਰੂ ਗੁਣ ਮਾਨਸ ਸਰਸ ਜੀ ਹਮਰਾ ਲਨ ਜਾਨ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣ ਅਗਲੀ ਜੋ ਕਥਾ ਆਉਣ ਵਾਲੀ ਪ੍ਰਸੰਗ ਤੇ ਆਰੰਭਤਾ ਤੋਂ ਪਹਿਲਾਂ ਉਹਨਾਂ ਨੇ ਮੰਗਲ ਕਰਨਾ ਕੀਤਾ। ਉਚਾਰਨ ਕਰਦੇ ਹਨ ਸ੍ਰੀ ਗੁਰੂ ਗੁਣ ਮਾਨਸ ਸਰਸ, ਕਿ ਸਤਿਗੁਰੂ ਮਹਾਰਾਜ ਜੀ ਦੇ ਜੋ ਗੁਣ ਹਨ ਇਹ ਮਾਨ ਸਰੋਵਰ ਦੀ ਨਿਆਈ ਹੈ, ਤੇ ਜਿਹੜੇ ਸਿੱਖ ਹਨ ਇਹ ਮਰਾਲ ਹਨ। ਸੰਤ ਮਰਾਲ ਕਰਹਿ ਕੰਤੂ ਹਲ, ਭਾਵ ਕਿ ਜਿਹੜੇ ਗੁਰੂ ਕੇ ਸਿੱਖ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਗੁਣਾਂ ਦੇ ਗ੍ਰਾਹੀ ਹੁੰਦੇ ਹਨ। ਸਤਿਗੁਰੂ ਮਹਾਰਾਜ ਜੀ ਦੀ ਜੋ ਕਥਾ ਵਾਰਤਾ ਸਰਵਣ ਕਰਦੇ, ਕਿਉਂਕਿ ਕਥਾ ਦੇ ਵਿੱਚ ਕੀ ਹੈ ਪਿਆਰਿਓ, ਇਹ ਆਮ ਕੋਈ ਲੌਕਿਕ ਕਥਾ ਨਹੀਂ ਹੈ। ਆਮ ਆਪ ਜੀ ਦੇਖੋ, ਕਿਉਂਕਿ ਕਈ ਵਾਰੀ ਕਈ ਕਹਿ ਦਿੰਦੇ ਕਿ ਭਾਈ ਇੱਕ ਇਤਿਹਾਸ ਦੀ ਕਥਾ, ਕਿ ਭਾਈ ਇਹਦੇ ਵਿੱਚ ਕੋਈ ਜ਼ਿਆਦਾ ਸਾਰ ਨਹੀਂ ਹੁੰਦਾ। ਇਤਿਹਾਸ ਉਹਨਾਂ ਨੂੰ ਲੱਗਦਾ ਕਿ ਆਮ ਪੁਰਾਣਾ ਦੀ ਜਿਹੜੀ ਕਥਾ ਹੁੰਦੀ ਹੈ ਉਹ ਕਥਾ ਦੇ ਵਿੱਚ ਤੇ ਇਹ ਕਥਾ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹਨਾਂ ਦੀ ਕਥਾ ਆਪ ਜੀ ਪੜ੍ਹ ਲਿਓ, ਉਹਦੇ ਵਿੱਚੋਂ ਕੋਈ ਗਿਆਨ ਦੀ ਪ੍ਰਾਪਤੀ, ਕੋਈ ਸਮਝ ਦੀ, ਕੋਈ ਗੁਣਾ ਦੀ ਆਪ ਜੀ ਨੂੰ ਜ਼ਿਆਦੀ ਪ੍ਰਾਪਤੀ ਨਹੀਂ ਹੋਵੇਗੀ। ਆਪ ਕਈ ਵਾਰੀ ਵੇਖਦੇ ਹੋਗੇ, ਕਿਉਂਕਿ ਸੀਰੀਅਲਾਂ ਦੇ ਵਿੱਚ ਕਈਆਂ ਨੇ ਇਹਦੇ ਨਾਟਕ ਬਣਾਏ, ਰਮਾਇਣ ਹੋ ਗਿਆ, ਮਾਫ ਕਰ ਦਿਓ, ਇਹ ਹਕੀਕਤ ਦੀ ਹੈ, ਇਹ ਸੱਚੀ ਗੱਲ ਹੈ। ਕਿਉਂਕਿ ਜੋ ਸੱਚ ਹੈ ਉਹਨੂੰ ਜਦੋਂ ਆਪ ਜੀ ਦੇਖੋਗੇ, ਕੀ ਤੁਹਾਨੂੰ ਉਹਦੇ ਵਿੱਚੋਂ ਗੁਣ ਦੀ ਪ੍ਰਾਪਤੀ ਹੁੰਦੀ ਹੈ? ਕੋਈ ਪਿਆਰਿਓ ਜ਼ਿਆਦਾ ਗੁਣ ਨਹੀਂ ਹੈ, ਜ਼ਿਆਦਾ ਕਰਕੇ ਤਾਂ ਔਗੁਣੀ ਭਰੇ ਹੋਏ ਹੁੰਦੇ ਕਿ ਭਾਈ ਲੜਾਈ ਹੋ ਗਈ, ਝਗੜਾ ਤੇ ਜਰ ਜੋਰੂ ਤੇ ਜ਼ਮੀਨ ਵਾਸਤੇ, ਕਿ ਜੀ ਫਲਾਣੇ ਨੇ ਆ ਕਰਕੇ ਫਲਾਣੇ ਦੀ ਘਰ ਵਾਲੀ ਨੂੰ ਚੁੱਕ ਕੇ ਲੈ ਕੇ ਗਿਆ, ਬਸ ਉਹ ਤੋਂ ਬਾਅਦ ਲੜਾਈ ਚਾਲੂ ਹੋ ਗਈ ਹੈ, ਉਹਨੂੰ ਮਾਰ ਦਿੱਤਾ, ਇਹਨੂੰ ਖਤਮ ਕਰ ਦਿੱਤਾ। ਕੋਈ ਪਿਆਰਿਓ ਗੁਣਾਂ ਦੀ ਗੱਲ, ਕੋਈ ਸਮਝਣ ਵਾਲੀ ਸਿੱਖਿਆ ਜਿਹੜੀ ਹੈ ਆਪ ਜੀ ਨੂੰ ਪ੍ਰਾਪਤ ਨਹੀਂ ਹੋਵੇਗੀ। ਲੇਕਿਨ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਆਪ ਜੀ ਇਤਿਹਾਸ ਪੜ੍ਹਦੇ ਹੋ, ਕਥਾ ਨੂੰ ਸਰਵਣ ਕਰਦੇ ਹੋ ਪਿਆਰਿਓ, ਇੱਕ ਇੱਕ ਪੰਕਤੀ ਦੇ ਵਿੱਚ ਬੇਅੰਤ ਗੁਣ ਜਿਹੜੇ ਹਨ ਛੁਪੇ ਹੋਏ ਹਨ। ਆਈ ਜਿਹੜਾ ਪ੍ਰਸੰਗ ਚੱਲ ਰਿਹਾ, ਕਿੰਨਾ ਇਹਦੇ ਅੰਦਰ ਗੁਣ ਛੁਪਿਆ ਹੋਇਆ ਕਿ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੀ ਪਰਖ ਕਰਨੀ ਕੀਤੀ ਹੈ, ਕਿਹੋ ਜਿਹਾ ਮਹਾਰਾਜ ਜੀ ਨੇ ਚੋਜ ਵਰਤਾਇਆ। ਇੰਨਾ ਹੋਣ ਦੇ ਬਾਵਜੂਦ ਵੀ ਉਹ ਪਿਆਰਿਓ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਉਹ ਧਨਤਾ ਦੇ ਯੋਗ ਹਨ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹੋ ਜਿਹੇ ਜਦੋਂ ਪ੍ਰਸੰਗ ਆਉਂਦੇ ਨਾ ਤੇ ਆਪਾਂ ਬਾਹਾਂ ਚੱਕ ਕਰਕੇ ਫਿਰ ਉਹਨਾਂ ਦੀ ਨਿੰਦਿਆ ਕਰਦੇ ਆ, ਲਓ ਜੀ ਭੱਜ ਗਏ, ਲਓ ਜੀ ਉੱਥੋਂ ਆ ਗਏ। ਲੇਕਿਨ ਪਿਆਰਿਓ ਕਦੇ ਆਪਣੇ ਆਪ ਨੂੰ ਉੱਥੇ ਢੁਕਾ ਕਰਕੇ ਵੇਖਣਾ ਕਰੋ। ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਆ ਤੇ ਉਸ ਵੇਲੇ ਪਿਆਰਿਓ ਮਾਝੇ ਦੀ ਸੰਗਤ ਜਿਹੜੀ ਹੈ ਤੇ ਕਈ ਜਿਹੜੇ ਗੁਰੂ ਕੇ ਸਿੱਖ ਮਹਾਰਾਜ ਜੀ ਦਾ ਸਾਥ ਉਹਨਾਂ ਨੇ ਛੱਡ ਦਿੱਤਾ। ਉਹਨਾਂ ਨੇ ਲਿਖਤ ਬਣਾ ਕੇ ਦੇ ਦਿੱਤੀ ਸੀ ਕਿ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੇ ਗੁਰੂ ਨਹੀਂ ਹਨ, ਅਸੀਂ ਉਹਨਾਂ ਦੇ ਸਿੱਖ ਨਹੀਂ ਆ।
ਉਹਨਾਂ ਨੇ ਵਿਦਾਵਾ ਲਿਖ ਕਰਕੇ ਪਿਆਰਿਓ ਆਪਣੇ ਆਪਣੇ ਘਰਾਂ ਨੂੰ ਆ ਗਏ। ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇਹ ਜੋ ਸਾਖੀ ਹੈ, ਇਹ ਜੋ ਘਟਨਾ ਹੈ, ਇਹ 2 ਜਾਂ 3 ਵਾਰੀ ਪਿਆਰਿਓ ਆਨੰਦਪੁਰ ਸਾਹਿਬ ਦੇ ਵਿੱਚੋਂ ਵੀ ਇੱਕ ਜਥਾ ਚੱਲ ਗਿਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੁਕਤਸਰ ਸਾਹਿਬ ਜੀ ਦੇ ਵੱਲ ਤੇ ਖਿਦਰਾਣੇ ਦੀ ਢਾਬ ਤੋਂ ਪਹਿਲਾਂ ਵੀ ਫਿਰ ਜਿਹੜੀ ਮਾਝੇ ਦੀ ਸੰਗਤ ਜਿਹੜੀ ਹੈ, ਬਾਅਦ ਵਿੱਚ ਜਿਹੜੇ 40 ਮੁਕਤੇ ਹੋਏ, ਉਹਨਾਂ ਨੇ ਵੀ ਪਿਆਰਿਓ ਵਿਦਾਵਾ ਲਿਖ ਕੇ ਚੱਲ ਗਏ। ਫਿਰ ਜਿਹੜੇ ਗੀਤਕਾਰ ਹਨ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਗੀਤ ਬਣਾ ਦਿੱਤੇ ਤੇ ਕਹਿ ਦਿੱਤਾ ਕਿ ਭਾਈ ਚੂੜੀਆਂ ਪਾ ਲਿਓ, ਔਖੇ ਵੇਲੇ ਭੱਜ ਕੇ ਆ ਗਏ, ਲਾਲਤਾ ਹੋਵੇ ਤੁਹਾਨੂੰ ਫਿਟਕਾਰ ਹੋਵੇ। ਨਹੀਂ ਪਿਆਰਿਓ, ਕਹਿਣਾ ਬੜਾ ਸੌਖਾ ਹੈ, ਦੂਜਿਆਂ ਨੂੰ ਲਾਂਬੇ ਦੇਣਾ ਇਹਦੇ ਵਿੱਚ ਕੀ ਲੱਗਦਾ। ਸਿੱਧਾ ਆਪਾਂ ਵੀ ਕਹਿ ਸਕਦੇ ਹਾਂ ਚੂੜੀਆਂ ਪਾ ਲਿਓ ਜੀ, ਭੱਜ ਕੇ ਆ ਗਏ, ਪ੍ਰਸ਼ਾਦੇ ਪਕਾਓ, ਬੀਬੀਆਂ ਨੇ ਇਹ ਕਹਿ ਦਿੱਤਾ, ਉਹ ਕਹਿ ਦਿੱਤਾ। ਲੇਕਿਨ ਕਦੇ ਵਿਚਾਰ ਕਰਨਾ ਕਰੋ ਪਿਆਰਿਓ, ਓੜਕ ਤੱਕ ਉਹਨਾਂ ਸਿੱਖਾਂ ਨੇ ਮਹਾਰਾਜ ਜੀ ਦਾ ਸਾਥ ਨਹੀਂ ਛੱਡਿਆ। ਇੰਨਾ ਜਦੋਂ ਦੁੱਖ ਆ ਗਿਆ ਆਨੰਦਪੁਰ ਸਾਹਿਬ ਜੀ ਧਰਤੀ ਤੇ, ਜਦੋਂ ਪ੍ਰਸ਼ਾਦਾ ਪਾਣੀ ਖਤਮ ਹੋ ਗਿਆ, ਸਿੱਖਾਂ ਨੇ ਪਿਆਰਿਓ ਫਿਰ ਕਈ ਜਿਹੜੇ ਹਨ ਪਸ਼ੂ ਮਰ ਜਾਂਦੇ ਸਨ, ਉਹਨਾਂ ਦਾ ਮਾਸ ਵੀ ਛਕਣਾ ਕੀਤਾ। ਇਤਿਹਾਸ ਦੇ ਵਿੱਚ ਇਹ ਵੀ ਬਚਨ ਆਉਂਦਾ ਹੈ। ਤੇ ਨਾਲ ਦਰਖਤਾਂ ਦੀਆਂ ਛੱਲਾਂ ਜਿਹੜੀਆਂ ਹਨ, ਉਹਦੇ ਛਿੱਲ ਲਾ ਕਰਕੇ ਪੱਤੇ ਤੱਕ ਪਿਆਰਿਓ, ਜੰਗਲੀ ਜਿਹੜੇ ਪੱਤੇ ਹਨ ਉਹਨੂੰ ਵੀ ਉਬਾਲ ਕਰਕੇ ਉਹਦਾ ਸਾਗ ਬਣਾ ਕਰਕੇ ਲੂਣਾ ਸਾਗ ਵੀ ਸਿੱਖਾਂ ਨੇ ਛਕਣਾ ਕੀਤਾ। ਆਨੰਦਪੁਰ ਸਾਹਿਬ ਜੀ ਦੇ ਵਿੱਚ ਸਾਰੇ ਦਰਖਤ ਜਿਹੜੇ ਪੱਤਿਆਂ ਤੋਂ ਸ਼ਾਖਾਂ ਤੋਂ ਵਿਹੀਨ ਹੋ ਗਏ। ਫਿਰ ਜਾ ਕਰਕੇ ਸਿੱਖਾਂ ਨੇ ਪਿਆਰਿਓ ਮਹਾਰਾਜ ਜੀ ਦਾ ਸਾਥ ਛੱਡਿਆ, ਵਿਦਾਵਾ ਲਿਖਿਆ। ਬੇਸ਼ੱਕ ਵਿਦਾਵਾ ਲਿਖਿਆ ਸਤਿਗੁਰੂ ਮਹਾਰਾਜ ਜੀ ਦੇ ਅੱਗੇ, ਲੇਕਿਨ ਫਿਰ ਜਦੋਂ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਉਹ ਵਿਦਾਵਾ ਜਿਹੜਾ ਹੈ ਉਹਨਾਂ ਨੇ ਰਬਰ ਦੇ ਨਾਲ ਜਾਂ ਕਿਸੇ ਹੜਤਾਲ ਦੇ ਨਾਲ ਉਹਨੂੰ ਨਹੀਂ ਪੂੰਝਣਾ ਕੀਤਾ, ਆਪਣਾ ਲਹੂ ਡੋਲ ਕਰਕੇ ਪਿਆਰਿਓ ਉਹ ਵਿਦਾਵਾ ਜਿਹੜਾ ਉਹਨਾਂ ਨੇ ਪੂੰਝ ਦਿੱਤਾ। ਫਿਰ ਪਿਆਰਿਓ ਬੇਸ਼ੱਕ ਆਪਾਂ ਇੱਥੋਂ ਤੱਕ ਤਾਂ ਸੀਮਿਤ ਹੁੰਦੇ ਆ, ਇੱਥੋਂ ਤੱਕ ਤਾਂ ਆ ਕੇ ਆਪਾਂ ਕਹਿ ਦਿੰਦੇ ਆ ਕਿ ਸਿੱਖਾਂ ਨੇ ਵਿਦਾਵਾ ਲਿਖ ਦਿੱਤਾ ਜੀ, ਮਹਾਰਾਜ ਜੀ ਦਾ ਸਾਥ ਛੱਡ ਦਿੱਤਾ। ਨਹੀਂ ਪਿਆਰਿਓ, ਇਹ ਸਾਖੀ ਅੱਧੀ ਸਾਖੀ। ਫਿਰ ਬਾਅਦ ਦੇ ਵਿੱਚ ਉਹੀ ਗੁਰੂ ਕੇ ਸਿੱਖ ਮਰਜੀਵੜੇ ਬਣ ਕਰਕੇ ਗੁਰੂ ਮਹਾਰਾਜ ਜੀ ਦੇ ਨਾਲ ਉਹਨਾਂ ਨੇ ਜੂਝਣਾ ਕੀਤਾ। ਜੋ ਵਿਦਾਵਾ ਉਹਨਾਂ ਨੇ ਲਿਖਿਆ ਸੀ ਨਾ ਕਾਗਜ਼ ਦੇ ਉੱਤੇ, ਤੇ ਫਿਰ ਬਾਅਦ ਵਿੱਚ ਆਪਣੇ ਛਾਤੀਆਂ ਨੂੰ ਚਿਰਵਾ ਕਰਕੇ ਪਾੜ ਕਰਕੇ ਉਹ ਵਿਦਾਵਾ ਪਾੜਨਾ ਕੀਤਾ। ਲਹੂ ਦੇ ਨਾਲ ਆਪਣਾ ਲਹੂ ਡੋਲ ਕਰਕੇ ਵਿਦਾਵੇ ਨੂੰ ਪੂਜਣਾ ਕੀਤਾ। ਉਹ ਸਾਖੀ ਤਾਂ ਆਪਾਂ ਨਹੀਂ ਸਰਵਣ ਕਰਾਉਂਦੇ। ਇਸ ਕਰਕੇ ਪਿਆਰਿਓ, ਜਦੋਂ ਵੀ ਇਹ ਸਤਿਗੁਰੂ ਮਹਾਰਾਜ ਜਦੋਂ ਕੌਤਕ ਕਰਦੇ ਹਨ, ਜਦੋਂ ਇਹ ਲੀਲਾ ਰਚਦੇ ਹਨ, ਕਈ ਵਾਰੀ ਕੀ ਹੁੰਦਾ, ਆਪਾਂ ਬਾਹਾਂ ਚੱਕ ਚੱਕ ਕਰਕੇ ਉਹਨਾਂ ਨੂੰ ਤੋਮਤਾਂ ਲਾ ਦਿੰਦੇ, ਕਹਿ ਦਿੰਦੇ। ਲੇਕਿਨ ਨਹੀਂ ਪਿਆਰਿਓ, ਉਹ ਵੀ ਸਿੱਖ ਧਨਤਾ ਦੇ ਯੋਗ ਹਨ। ਜੇ ਆਪਾਂ ਰਹਿੰਦੇ ਤਾਂ ਆਪਾਂ ਨੇ ਤਾਂ ਜੋ ਖਵਈਏ ਸੇ ਥੇ ਖੁਣਕੇ ਕੇ ਤੇ ਭਾਗ ਗਏ ਇੱਕ ਠੁਣਕੇ ਕੇ, ਇੱਕ ਠੁਣਕਾ ਹੀ ਲੱਗਿਆ ਤੇ ਆਪਾਂ ਨੇ ਭੱਜ ਜਾਣਾ ਸੀ। ਇਸ ਕਰਕੇ ਆ ਜਿਹੜੀ ਕਥਾ ਜੋ ਹੈ ਨਾ ਪਿਆਰਿਓ, ਇਹ ਗੁਣਾਂ ਦੇ ਨਾਲ ਭਰੀ ਹੋਈ ਹੈ। ਜਿਸ ਤਰ੍ਹਾਂ ਕਿ ਮਾਨ ਸਰੋਵਰ ਜਿਹੜਾ ਹੈ, ਮਾਨ ਸਰੋਵਰ ਉਹ ਹੀਰਿਆਂ ਦੇ ਨਾਲ ਮੋਤੀਆਂ ਦੇ ਨਾਲ ਭਰਿਆ ਹੋਇਆ ਹੁੰਦਾ, ਲੇਕਿਨ ਉੱਥੇ ਕੋਈ ਪੱਗ ਚੱਲ ਜਾਵੇ, ਉੱਥੇ ਕੋਈ ਕਾਂ ਕੌਆ ਚੱਲ ਜਾਵੇ ਤੇ ਫਿਰ ਪਿਆਰਿਓ ਉੱਥੇ ਉਹ ਚੁੰਝ ਮਾਰੇ ਤੇ ਉਹਨੂੰ ਤਾਂ ਇਹ ਹੀਰੇ ਮੋਤੀ ਨਹੀਂ ਲੱਭਣੇ ਹਨ, ਉਹਨੂੰ ਤਾਂ ਗੰਦਗੀਆਂ ਪ੍ਰਾਪਤ ਹੋਣਗੀਆਂ। ਉਹਨੇ ਕਹਿਣਾ ਜੀ ਕੋਈ ਇੱਥੇ ਨਹੀਂ ਹੈ, ਉਹਨੇ ਉੜ ਜਾਣਾ। ਲੇਕਿਨ ਜਿਹੜੇ ਮਰਜੀਵੜੇ ਹੰਸ ਹਨ, ਜਦੋਂ ਉਹ ਮਾਨ ਸਰੋਵਰ ਦੇ ਵਿੱਚ ਉਤਰਦੇ ਤਾਂ ਪਿਆਰਿਓ ਉਹ ਲੱਭ ਲੱਭ ਕਰਕੇ ਮੋਤੀਆਂ ਨੂੰ ਚੁਗਦੇ ਹਨ। ਇਸ ਤਰ੍ਹਾਂ ਹੀ ਇਹ ਜੋ ਕਥਾ ਪਿਆਰਿਓ ਮਾਨ ਸਰੋਵਰ ਦੇ ਵੱਤ ਹੈ ਤੇ ਇੱਥੇ ਗੁਣਾ ਰੂਪੀ ਤਰ੍ਹਾਂ ਤਰ੍ਹਾਂ ਦੇ ਹੀਰੇ ਮਾਣਕ ਛੁਪੇ ਹੋਏ ਹਨ ਤੇ ਜਿਨ੍ਹਾਂ ਨੇ ਹੰਸ ਦੀ ਬਿਰਤੀ ਧਾਰਨ ਕਰਕੇ ਗੁਰੂ ਘਰ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਇਤਿਹਾਸ ਨੂੰ ਸਰਵਣ ਕਰਨਾ ਕੀਤਾ, ਉਹ ਗੁਣਾ ਦੇ ਗ੍ਰਾਹੀ ਬਣਦੇ ਹਨ, ਉਹ ਹੀਰੇ ਮੋਤੀਆਂ ਨੂੰ ਚੁਗ ਲੈਂਦੇ ਹਨ। ਕਰਤ ਪ੍ਰੀਤ ਨਹਿ ਤਜ ਸਕੈ ਨਮਸਕਾਰ ਮੁਰਤਾਨ। ਉਹ ਫਿਰ ਗੁਰੂ ਘਰ ਦੇ ਨਾਲ ਪ੍ਰੀਤ ਕਰਦੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਉਹ ਫਿਰ ਗੁਰੂ ਕੇ ਸਿੱਖਾਂ ਨੂੰ ਇਹੀ ਕਹਿੰਦੇ ਕਿ ਸਿੱਖੋ ਕਿਰਪਾ ਕਰੋ, ਕਥਾ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੀ ਸਾਨੂੰ ਸਰਵਣ ਕਰਾਉਣਾ ਕਰੋ। ਇੱਕ ਉਹਨਾਂ ਦੀ ਪਿਆਰਿਓ ਪ੍ਰੀਤ ਲੱਗ ਜਾਂਦੀ ਹੈ, ਇੱਕ ਚੇਟਕ ਲੱਗ ਜਾਂਦੀ ਹੈ।
ਤਾਂ ਹੀ ਤਾਂ ਕਈ ਵਾਰੀ ਕਿੰਨਾ ਮੌਸਮ ਬਦਲ ਜਾਂਦਾ, ਕਈ ਦਿੱਕਤ ਆ ਜਾਂਦੇ। ਕਿਉਂਕਿ ਪਿਆਰਿਓ, ਜੇ ਨਿੱਕੇ ਜੇ ਬੱਚੇ ਨੂੰ ਵੀ ਪੁੱਛੋ ਬੇਟਾ ਖਾਲੀ ਹੈ, ਉਹਨੇ ਕਹਿਣਾ ਜੀ ਨਹੀਂ ਜੀ ਬਾਪੂ ਮੈਂ ਬੀਜੀ ਹਾਂ ਕਰਕੇ। ਕਿਉਂਕਿ ਬੱਚਿਆਂ ਨੂੰ ਵੀ ਪਿਆਰਿਓ ਟਾਈਮ ਨਹੀਂ ਹੈ, ਜਿਹੜੇ ਕਾਰੋਬਾਰ ਕਰਦੇ ਹਨ। ਕਈ ਪਿਆਰਿਓ ਗੁਰੂ ਕੇ ਸਿੱਖ ਨਿੰਮ ਪ੍ਰੇਮ ਦੇ ਨਾਲ ਨਿਤ ਆਪਣੇ ਕਾਰ ਵਿਹਾਰ ਤੋਂ ਓਲੇ ਹੋ ਕਰਕੇ, ਉਹਨਾਂ ਦਾ ਤਿਆਗ ਕਰਕੇ। ਕਿਉਂਕਿ ਛੋਟੇ ਬੱਚੇ ਨੂੰ ਵੀ ਕਿਉਂ, ਉਹ ਵੀ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈ। ਅੱਜ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਪਿਆਰਿਓ, ਕੋਈ ਭਿਖਾਰੀ ਨੂੰ ਵੀ, ਵੇਲਣ ਨੂੰ ਵੀ ਜਾ ਕਰਕੇ ਬੋਲੋ ਭਾਈ ਤੈਨੂੰ ਟਾਈਮ ਹੈ, ਉਹਨੇ ਕਹਿ ਦੇਣਾ ਜੀ ਮੇਰੇ ਕੋਲ ਕੋਈ ਟਾਈਮ ਨਹੀਂ ਹੈ। ਹਾਂ, ਉਹਨੂੰ ਬੋਲੋ 10 ਭਾਈ ਚੱਲ ਤੈਨੂੰ ਫਿਲਮ ਦਿਖਾਉਂਦੇ ਆ, ਚੱਲ ਪਾਰਟੀ ਕਰਨਾ ਕਰੀਏ, ਘੁੰਮ ਕੇ ਆਈਏ, ਉਹ ਉਸੇ ਵੇਲੇ ਖੜ ਜਾਂਦਾ, ਕਹਿੰਦਾ ਜੀ ਮੇਰੇ ਕੋਲ ਤਾਂ ਟਾਈਮ ਹੀ ਟਾਈਮ ਹੈ, ਜਿੰਨਾ ਮਰਜ਼ੀ ਲਾ ਲੈ ਭਾਈ। ਲੇਕਿਨ ਉਹਨੂੰ ਬੋਲੋ ਗੁਰੂ ਘਰ ਦੇ ਵਿੱਚ ਆ, ਚੱਲ ਭਾਈ ਆਪਾਂ ਕਥਾ ਸਰਵਣ ਕਰਨਾ ਕਰੀਏ, ਉਹ ਕਹਿ ਦਿੰਦਾ ਜੀ ਮੈਂ ਬੀਜੀ ਹਾਂ, ਮੇਰੇ ਕੋਲ ਟਾਈਮ ਨਹੀਂ ਹੈ। ਲੇਕਿਨ ਪਿਆਰਿਓ, ਟਾਈਮ ਜਿਹੜਾ ਹੈ ਹਰ ਕਿਸੇ ਨੂੰ ਨਹੀਂ ਮਿਲਦਾ, ਲੇਕਿਨ ਜਿਨ੍ਹਾਂ ਨੂੰ ਪ੍ਰੇਮ ਲੱਗ ਜਾਵੇ ਉਹ ਸਮੇਂ ਦੇ ਵਿੱਚੋਂ ਫਿਰ ਸਮਾਂ ਕੱਢ ਲੈਂਦੇ ਹਨ। ਉਹ ਪ੍ਰੇਮ ਦੇ ਨਾਲ ਰੋਜ਼ ਗੁਰੂ ਘਰ ਦੇ ਵਿੱਚ ਆ ਕਰਕੇ ਕਥਾ ਕਹਾਣੀ ਨੂੰ, ਇਤਿਹਾਸ ਦੀ ਕਥਾ, ਗੁਰਬਾਣੀ ਦੀ ਕਥਾ, ਸ਼ਬਦ ਦੀ ਵਿਚਾਰ, ਗੁਰਬਾਣੀ ਦਾ ਕੀਰਤਨ, ਉਹ ਆ ਕਰਕੇ ਸਰਵਣ ਕਰਦੇ ਹਨ। ਜਾਂ ਨਹੀਂ ਬਣਦਾ ਆਪਣੇ ਘਰਾਂ ਦੇ ਵਿੱਚ, ਕਈ ਸਾਧਨ ਪਿਆਰਿਓ ਅੱਜ ਬਣ ਗਏ। ਅੱਜ ਆਪ ਜੀ ਟੈਲੀਵਿਜ਼ਨਾਂ ਦੇ ਰਾਹੀਂ ਵੀ ਕਈ ਵਿਦਵਾਨ ਦੀਆਂ, ਉਹਨਾਂ ਦੀਆਂ ਆਪ ਜੀ ਕਥਾ, ਉਹਨਾਂ ਦੀ ਰਿਕਾਰਡਿੰਗ ਵੀ ਆਪ ਜੀ ਸਰਵਣ ਕਰ ਸਕਦੇ ਹੋ। ਲੇਕਿਨ ਗੱਲ ਪਿਆਰਿਓ ਪ੍ਰੇਮ ਦੀ ਹੈ, ਪ੍ਰੀਤੀ ਦੀ ਗੱਲ ਹੈ। ਮਨ ਵਿੱਚ ਪ੍ਰੇਮ ਨਾ ਹੋਵੇ ਤੇ ਬੰਦੇ ਕੋਲ ਟਾਈਮ ਹੀ ਨਹੀਂ ਨਿਕਲਦਾ। ਤੇ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਪ੍ਰੀਤ ਜੋੜਨੀ ਕੀਤੀ ਹੈ, ਇਤਿਹਾਸ ਦੇ ਨਾਲ, ਗੁਰਬਾਣੀ ਦੇ ਨਾਲ ਜਿਨ੍ਹਾਂ ਨੇ ਪ੍ਰੀਤ ਕਰਨਾ ਕੀਤਾ, ਕਬੀਰਾਜ ਜੀ ਕਹਿੰਦੇ ਨਮਸਕਾਰ ਮੁਰਦਾ ਚੌਪਈ ਇੱਕ ਦਿਨ ਬਹੁਰ ਬਿਤਾਏ ਕਿਰਪਾਲਾ। ਇਸ ਤਰ੍ਹਾਂ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਇਹ ਜਿਹੜਾ ਸਵਾਂਗ, ਵਿਕਰਾਲ ਸਰੂਪ ਜਿਹੜਾ ਧਾਰਨ ਕੀਤਾ ਸੀ, ਬੜਾ ਵਿਕਰਾਲ ਸਰੂਪ ਧਾਰਨ ਕੀਤਾ ਅਸੰਭੇ ਵਾਲਾ, ਉਹਦਾ ਤਿਆਗ ਕਰਕੇ ਫਿਰ ਪੈਰ ਸੰਸਾਰੀ ਕੱਪੜੇ ਮੰਜੀ ਥਾਪ ਕੀਆ ਵਰਤਾਰਾ। ਸੰਸਾਰੀ ਵਸਤਰਾਂ ਨੂੰ ਧਾਰਨ ਕਰਕੇ ਸਤਿਗੁਰੂ ਮਹਾਰਾਜ ਗੁਰੂ ਘਰ ਦੇ ਵਿੱਚ ਆ ਕਰਕੇ ਬਿਰਾਜਮਾਨ ਹੋਏ। ਬੈਠੇ ਹੋਤੇ ਰੁਚਿਰ ਧਰਮਸ਼ਾਲਾ। ਧਰਮਸ਼ਾਲਾ ਦੇ ਵਿੱਚ ਸਤਿਗੁਰੂ ਮਹਾਰਾਜ ਪਲੰਗੇ ਦੇ ਉੱਤੇ, ਮੰਜੇ ਸਾਹਿਬ ਦੇ ਉੱਤੇ ਬੈਠੇ ਹੋਏ ਹਨ। ਆਤਮ ਕੇ ਉਪਦੇਸ਼ਨ ਹੇਤਾ। ਸਤਿਗੁਰੂ ਮਹਾਰਾਜ ਹੁਣ ਆਤਮ ਗਿਆਨ ਦਾ ਉਪਦੇਸ਼ ਦੇਣ ਦੇ ਵਾਸਤੇ ਬੈਠਾ ਰਿਓ ਤ੍ਰੇਹਣ ਕੁਲ ਕੇਤਾ। ਸਤਿਗੁਰੂ ਮਹਾਰਾਜ ਜੀ ਨੇ ਤ੍ਰੇਹਣ ਕੁਲ ਕੇਤਾ, ਤ੍ਰੇਹਣਾ ਦੇ ਕੁਲ ਭੂਸ਼ਣ ਕੌਣ ਹਨ? ਬਾਬਾ ਲੈਣਾ ਜੀ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਲਾਗੇ ਬਿਠਾਇਆ ਹੈ। ਲਹਿਣੇ ਸੇਵ ਅਧਿਕ ਤੈ ਕੀਨੀ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਲੈਣਾ ਜੀ ਆਪ ਜੀ ਨੇ ਬਹੁਤ ਅਣਥੱਕ ਸੇਵਾਵਾਂ ਕੀਤੀਆਂ। ਪੂਛੋ ਤਤ ਚਹੋ ਜੋ ਚੀਨੀ। ਸਤਿਗੁਰੂ ਜੀ ਕਹਿਣ ਲੱਗੇ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਉਹ ਆਪ ਜੀ ਹੁਣ ਸਾਡੇ ਤੋਂ ਪੁੱਛ ਲੈਣਾ ਕਰੋ। ਐਸੀ ਘਾਲ ਜੋ ਘਾਲੀ ਤੋ ਹੀ। ਆਪ ਜੀ ਨੇ ਇਹੋ ਜੀ ਘਾਲ ਕਮਾਈ ਕਰਨੀ ਕੀਤੀ ਹੈ। ਆਪ ਨੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਅਣਥੱਕ ਸੇਵਾਵਾਂ ਕੀਤੀਆਂ। ਜੋ ਨਹਿ ਵਸਤੂ ਅਦੇ ਸੋ ਮੋਹੀ। ਆਪ ਜੀ ਦੇ ਵਾਸਤੇ ਕੋਈ ਇਹੋ ਜੀ ਵਸਤੂ ਅਦੇਹ ਨਹੀਂ ਹੈ, ਭਾਵ ਕੇ ਦੇਣ ਯੋਗ। ਆਪਾਂ ਕਹਿੰਦੇ ਨਾ ਕਿ ਭਾਈ ਇਹ ਵਸਤੂ ਤਾਂ ਹੈ ਮੇਰੇ ਕੋਲ ਲੇਕਿਨ ਮੈਂ ਫਲਾਣੇ ਨੂੰ ਦੇ ਨਹੀਂ ਸਕਦਾ। ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੋਵੇ ਆਪਾਂ ਕਹਿੰਦੇ ਕਿ ਭਾਈ ਤੇਰੇ ਕਰਕੇ ਤਾਂ ਮੇਰੇ ਵਾਸਤੇ ਕੋਈ ਚੀਜ਼ ਅਦੇ ਨਹੀਂ ਹੈ, ਤੂੰ ਮੰਗ, ਜੋ ਮੰਗੇਗਾ ਮੈਂ ਤੈਨੂੰ ਦੇਣ ਵਾਸਤੇ ਤਿਆਰ ਹਾਂ। ਕਿਰਪਾ ਭਰੀ ਸੁਣ ਕੇ ਸੁਠ ਬਾਣੀ। ਸਤਿਗੁਰੂ ਮਹਾਰਾਜ ਜੀ ਦੀ ਇਹ ਕਿਰਪਾ ਦੇ ਨਾਲ ਭਰੀ ਹੋਈ ਸੋਹਣੀ ਬਾਣੀ ਨੂੰ ਸੁਣ ਕਰਕੇ ਬੈਠੋ ਸਨਮੁਖ ਸੀਖ ਸੁਖਾਨੀ। ਸਤਿਗੁਰੂ ਮਹਾਰਾਜ ਜੀ ਦੇ ਐਨ ਸਨਮੁਖ ਹੋ ਕਰਕੇ ਬਾਬਾ ਲੈਣਾ ਜੀ ਬੈਠੇ ਹੋਏ ਹਨ। ਦੁਐ ਕਰ ਜੋਰ ਨਿਵਾਇਓ ਸੀਸਾ। ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸੀਸ ਝੁਕਾਉਣਾ ਕੀਤਾ, ਮੱਥਾ ਟੇਕਣਾ ਕੀਤਾ। ਬੰਦੇ ਪਦ ਪੰਕਜ ਜਗਦੀਸ਼ਾ। ਜਗਤ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲ ਦੇ ਉੱਤੇ ਬੰਦਨਾ ਕਰਦੇ ਹਨ। ਨਿਜ ਸਰੂਪ ਲਖਨੋ ਅਭਿਲਾਖਾ। ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰਨਾ ਕਰੋ, ਮੈਨੂੰ ਆਪਣੇ ਨਿਜ ਸਰੂਪ ਦੇ ਦਰਸ਼ਨ ਕਰਾ ਦਿਓ। ਹਵੈ ਕੈ ਦੀਨ ਬਚਨ ਅਸਭਾਖਾ। ਦੀਨ ਹੋ ਕਰਕੇ ਮਹਾਰਾਜ ਜੀ ਦੇ ਪ੍ਰਤੀ ਜਦੋਂ ਇਹ ਬਚਨ ਉਚਾਰਨ ਕੀਤਾ, ਜੋ ਮੈਂ ਹੂੰ
ਕਛੁ ਜਾਇ ਨ ਜਾਣਾ। ਜੋ ਮੈਂ ਹਾਂ ਨਾ ਮਹਾਰਾਜ, ਉਹ ਆਪ ਜੀ ਮੇਰੀ ਸਾਖਿਆਤਕਾਰ ਕਰਾ ਦੋ। ਆ ਜਿਹੜਾ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਜੋ ਗਿਆਨ ਦਿੱਤਾ ਨਾ, ਇਹ ਕਵੀ ਰਾਜ ਜੀ ਦੀ ਇੱਕ ਆਪਣੀ ਕਲਪਨਾ ਮੁਤਾਬਕ ਉਹਨਾਂ ਨੇ ਇੱਥੇ ਵੇਦਾਂਤ ਦਾ ਜਿਹੜਾ ਹੈ ਫਿਰ ਤੋਂ ਰਚਨਾ ਕੀਤੀ ਹੈ, ਇੱਕ ਵੇਦਾਂਤ ਦੀ ਸਿੱਖਿਆ ਦੇ ਰਹੇ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਪਹਿਲਾਂ ਹੀ ਪਿਆਰਿਓ ਆਤਮਿਕ ਸਾਖਿਆਤਕਾਰ ਹੋ ਗਏ ਸਨ। ਤਾਂ ਹੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਇੰਨੀ ਵੱਡੀ ਕਿਰਪਾ ਕਰਨੀ ਕੀਤੀ ਸੀ। ਹਰਖ ਸ਼ੋਕ ਮੈਂ ਫਸਿਓ ਮਹਾਨਾ। ਕਿਉਂਕਿ ਆ ਜੀਵ ਜਿਹੜਾ ਹੈ ਇਹ ਹਰਖ ਦੇ ਵਿੱਚ ਤੇ ਸ਼ੋਕ ਦੇ ਵਿੱਚ ਜੀਵ ਫਸਿਆ ਹੋਇਆ। ਰਾਗ ਦਵੈਕ ਨਿਸ ਦਿਨ ਬਹੁ ਮੋਹੀ। ਸਾਰਾ ਦਿਨ ਰਾਤ ਲੋਕ ਜਿਹੜੇ ਹਨ ਰਾਗ ਤੇ ਦਵੈਖ ਦੇ ਵਿੱਚ ਲੱਗੇ ਹੋਏ। ਅਤਿਸ਼ੈਤਾ ਦੁੱਖ ਸੁਖ ਮੈਂ ਹੋਹੀ। ਸਾਰਾ ਜਗਤ ਜਿਹੜਾ ਹੈ ਡੱਕੋ ਡੋਲੇ ਖਾ ਰਿਹਾ, ਕਦੇ ਦੁੱਖ ਆ ਜਾਂਦਾ, ਕਦੇ ਸੁੱਖ ਆ ਜਾਂਦਾ। ਸਰਬ ਭੇਦ ਮੋਹ ਦੇਹੁ ਜਨਾਈ। ਕਿਰਪਾ ਕਰੋ ਸਤਿਗੁਰੂ ਮਹਾਰਾਜ, ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਇਹ ਨਹੀਂ ਹੈ ਕਈ ਵਾਰੀ ਪਿਆਰਿਓ ਸਤਿਗੁਰੂ ਮਹਾਰਾਜ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਮਹਾਰਾਜ ਆਪਣੇ ਉੱਤੇ ਸ਼ਬਦ ਢੁਕਾ ਕਰਕੇ ਉਚਾਰਨ ਕਰਦੇ, ਆਪਣੇ ਮਨ ਨੂੰ ਸੰਬੋਧਨ ਕਰਦੇ ਹਨ। ਆਪਣੇ ਆਪ ਨੂੰ ਕਈ ਜਿਹੜੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ। ਆ ਪਿਛਲੇ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਨੇ ਤਾਣਖ ਦਾ ਜਿਹੜਾ ਰੂਪ ਧਾਰਨ ਕੀਤਾ ਨਾ, ਤੇ ਏਕ ਸਵਾਨ ਦੋਏ ਸਵਾਨੀ ਨਾਲ ਭਲ ਕੇ ਭੌਂਕੇ ਸਦਾ ਪਿਆਲ। ਕੂੜ ਛੁਰਾ ਮੁਰਦਾ ਮੁਰਦਾਰ ਧਾਨਖ ਰੂਪ ਰਹਾ, ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਇਹੋ ਆਧਾਰ। ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤਾ ਕਿਆ ਇੱਕ ਸਵਾਨ ਦੋਏ ਸਵਾਨੀ ਨਾਲ ਕਿ ਜੀਵ ਦੇ ਅੰਦਰ ਆਪਣੇ ਉੱਤੇ ਢੁਕਾ ਕਰਕੇ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਲੋਭ ਰੂਪੀ ਇੱਕ ਕੁੱਤਾ ਤੇ ਆਸਾ ਤੇ ਤ੍ਰਿਸ਼ਨਾ ਰੂਪੀ ਦੋ ਕੁੱਤੀਆਂ ਸਾਡੇ ਅੰਦਰ ਲੱਗੀਆਂ ਹੋਈਆਂ। ਕੀ ਪਿਆਰਿਓ ਆਪ ਵਿਚਾਰ ਕਰਨਾ ਕਰੋ ਕਿ ਸਤਿਗੁਰੂ ਮਹਾਰਾਜ ਜੀ ਨੂੰ ਲੋਭ ਲੱਗਿਆ ਹੋਇਆ ਹੈ, ਕੀ ਆਸਾ ਤ੍ਰਿਸ਼ਨਾ ਲੱਗੀ ਹੋਈ ਹੈ। ਕੂੜ ਦਾ ਛੁਰਾ ਕੀ ਮਹਾਰਾਜ ਜੀ ਨੇ ਧਾਰਨ ਕੀਤਾ ਤੇ ਠੱਗ ਖਾਦਾ ਮੁਰਦਾਰ ਲੋਕਾਂ ਨੂੰ। ਕੀ ਸਤਿਗੁਰੂ ਮਹਾਰਾਜ ਠੱਗੀ ਥੋੜੀ ਮਾਰਦੇ ਸਨ? ਨਹੀਂ ਪਿਆਰਿਓ, ਆਪਣੇ ਵਾਸਤੇ ਨਹੀਂ, ਹਾਂ ਲੇਕਿਨ ਮਹਾਰਾਜ ਆਪਣੇ ਉੱਤੇ ਟੁਕਾ ਕਰਕੇ ਸੰਸਾਰ ਨੂੰ ਜਿਹੜਾ ਉਪਦੇਸ਼ ਦੇਣਾ ਕੀਤਾ। ਇੰਜੀ ਬਾਬਾ ਲੈਣਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਉਪਦੇਸ਼ ਦਿਓ, ਪਰਥਾਏ ਸਾਖੀ ਹੋ ਜਾਵੇਗੀ ਲੇਕਿਨ ਸਾਰੇ ਜਗਤ ਵਾਸਤੇ ਸਾਂਝੀ ਹੋ ਜਾਵੇਗੀ। ਤਹਿ ਕੋ ਸਮਝ ਰਹਾ ਸੁਖ ਪਾਈ। ਉਹਨੂੰ ਮੈਂ ਸਮਝ ਕਰਕੇ ਸੁੱਖਾਂ ਨੂੰ ਪ੍ਰਾਪਤ ਕਰਨਾ ਹੈ। ਮੁਰ ਤਮ ਅਗਿਆਨ ਮਹਾਨਾ। ਸਾਰਿਆਂ ਦੇ ਮਨ ਦੇ ਵਿੱਚ, ਮੇਰੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਅਗਿਆਨ ਹੈ। ਤੁਮਰੇ ਵੈ ਬਚ ਭਾਨ ਸਮਾਨ। ਆਪ ਜੀ ਦਾ ਬਚਨ ਭਾਨ ਸੂਰਜ ਦੇ ਸਮਾਨ ਹੈ। ਕਬ ਪ੍ਰਕਾਸ਼ ਦੇਹ ਰੂਪ ਦਿਖਾਈ। ਕਦੋਂ ਸਤਿਗੁਰੂ ਮਹਾਰਾਜ ਆਪ ਜੀ ਨੇ ਪ੍ਰਕਾਸ਼ ਕਰਕੇ ਮੈਨੂੰ ਆਪਣਾ ਨਿਜ ਸਰੂਪ ਦੇ ਦਰਸ਼ਨ ਕਰਾਉਣਾ। ਸੁਨ ਕੇ ਸ਼੍ਰੀ ਪ੍ਰਭ ਗਿਰਾ ਅਲਾਈ। ਸੁਣ ਕਰਕੇ ਅਗੋਂ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਉਚਾਰਨ ਕੀਤਾ, ਹੁਣ ਕਿਸ ਤਰ੍ਹਾਂ ਪਰਥਾਏ ਸਾਖੀ ਉਚਾਰਨ ਕਰਕੇ ਸਾਰੇ ਜਗਤ ਨੂੰ ਸਾਂਝਾ ਉਪਦੇਸ਼ ਆਤਮ ਗਿਆਨ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਦੇ ਹਨ। ਉਹ ਪਿਆਰਿਓ ਪ੍ਰਸੰਗ, ਉਹ ਵਿਚਾਰ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਮਾਣ ਕਰਿਓ ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਾਦਾ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ। ਦੁਖ ਭਾਂਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀਰੋ ਅਨਹਾਰ। ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ।
ਕਥਾ ਨਿਤਾ ਪ੍ਰਤ ਹੋਤ ਹੈ। ਸੁਣਹੁ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ